ਜਿਹੜੇ ਮਨੁੱਖ ਸਤ ਸੰਗਤ ਵਿੱਚ ਆਉਂਦੇ ਨੇ, ਹੌਲੀ ਹੌਲੀ ਆਉਂਦਿਆਂ ਸੁਭਾਅ ਵਿੱਚ ਬਦਲਾਅ ਆਉਂਦਾ ਹੈ, ਸੰਸਕਾਰਾਂ ਵਿੱਚ ਬਦਲਾਅ ਆਉਂਦਾ ਹੈ ਤੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਨੰਦ ਅਤੇ ਖੁਸ਼ੀ ਦੇ ਮਾਰਗ ਤੇ ਤੁਰ ਪੈਂਦਾ ਹੈ। ਹਰੇਕ ਮਨੁੱਖ ਦੇ ਪ੍ਰਾਣਾਂ ਦੀ ਪਿਆਸ ਆਨੰਦ ਹੀ ਹੈ। ਹਰੇਕ ਜੀਵ ਆਤਮਾ ਬੜੇ ਲੰਮੇ ਸਮੇਂ ਤੋਂ ਆਨੰਦ ਦੀ ਪਿਆਸ ਵਿੱਚ ਹੈ, ਆਨੰਦ ਦੀ ਤੜਫ ਵਿੱਚ ਹੈ। ਔਰ ਇਸ ਲਈ ਮਹਾਰਾਜ ਕਹਿੰਦੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਹੈ, ਉੱਥੇ ਉਹ ਪ੍ਰਮਾਤਮਾ ਦੇ ਵਿੱਚ ਲਿਵ ਜੋੜੀ ਰੱਖਦਾ ਹੈ, ਪ੍ਰਮਾਤਮਾ ਨੂੰ ਯਾਦ ਰੱਖਦਾ ਹੈ। ਗਰਭ ਕੁੰਟ ਮਹਿ ਉਰਧ ਤਪ ਕਰਤੇ, ਸਾ ਸਾ ਸਿਮਰਤ ਪ੍ਰਭ ਰਹਤੇ। ਇੱਕ ਇੱਕ ਸਵਾਸ ਉਹ ਪ੍ਰਮਾਤਮਾ ਦੀ ਯਾਦ ਦੇ ਵਿੱਚ ਗੁਜ਼ਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਏਡੇ ਅਗਨ ਦੇ ਵਿੱਚ ਰਹਿੰਦਿਆਂ ਵੀ ਤੈਨੂੰ ਅਗਨ ਨਹੀਂ ਸਾੜਦੀ, ਤਾਂ ਕਰਕੇ ਤੂੰ ਬਚ ਜਾਂਦਾ ਹੈ। ਉਹ ਪ੍ਰਮਾਤਮਾ ਨੇ ਤੈਨੂੰ ਬਚਾਇਆ ਹੈ ਉਸ ਅਗਨੀ ਚੋਂ। ਕਿਉਂ? ਕਿਉਂਕਿ ਨਾਮ ਜਪ ਰਿਹਾ ਸੀ। ਉਹ ਨਾਮ ਕਿਹੜਾ ਸੀ ਇਹ ਤੇ ਕਿਸੇ ਨੂੰ ਨਹੀਂ ਪਤਾ। ਹਾਂ, ਇਹ ਜ਼ਰੂਰ ਮਹਾਰਾਜ ਕਹਿੰਦੇ ਨੇ ਮਨੁੱਖ ਮਾਤਾ ਦੇ ਗਰਭ 'ਚ ਨਾਮ ਜਪਦਾ ਸੀ। ਉਹ ਹੁਣ ਸ਼ਬਦ ਕਿਹੜਾ ਸੀ ਇਹ ਕਿਸੇ ਨੂੰ ਨਹੀਂ ਪਤਾ। ਇਹਦਾ ਮਤਲਬ ਇੱਕ ਗੱਲ ਇੱਥੇ ਕਲੀਅਰ ਹੈ, ਪ੍ਰਮਾਤਮਾ ਦਾ ਨਾਮ ਦਾ ਮਤਲਬ ਉਹਦਾ ਪਿਆਰ ਹੈ ਤੇ ਪਿਆਰ ਕਿਸੇ ਵੀ ਸ਼ਬਦ ਨਾਲ ਆਏ। ਸ਼ਬਦਾਂ ਦਾ ਵੱਜਾ ਪ੍ਰਮਾਤਮਾ ਨਹੀਂ ਹੈ। ਦੁਨੀਆ ਸ਼ਬਦਾਂ ਤੇ ਖਲੋ ਜਾਂਦੀ ਹੈ, ਸਿਧਾਂਤਾਂ ਤੇ ਖਲੋ ਜਾਂਦੀ ਹੈ, ਪ੍ਰਮਾਤਮਾ ਦਿਲ ਤੇ ਹਿਰਦੇ ਦੇ ਪਿਆਰ ਤੇ ਖਲੋਤਾ ਹੈ। ਉਹਦੇ ਵਾਸਤੇ ਸਾਰੇ ਹੀ ਸ਼ਬਦ ਵਿਅਰਥ ਨੇ। ਜਦੋਂ ਤਾਈਂ ਸ਼ਬਦਾਂ ਦਾ ਜਾਲ ਜਾਰੀ ਹੈ, ਮਨੁੱਖ ਪ੍ਰਮਾਤਮਾ ਤੋਂ ਦੂਰ ਹੈ। ਔਰ ਜਿੰਨੇ ਵੀ ਸ਼ਬਦ ਮਨੁੱਖ ਬੋਲਦਾ ਹੈ ਇਹਦੇ ਆਪਣੇ ਨਹੀਂ ਨੇ, ਧਾਰੇ ਲਏ ਨੇ। ਕਦੇ ਕਿਸੇ ਦੇ ਸ਼ਬਦ ਬੋਲ ਕੇ ਅਰਦਾਸ ਕਰਦਾ ਹੈ, ਕਦੇ ਕਿਸੇ ਦੇ ਸ਼ਬਦ ਬੋਲ ਕੇ ਕਰਦਾ ਹੈ, ਆਪਣੇ ਨਹੀਂ ਹਨ। ਆਪਣੇ ਦਿਲ ਦੀ ਆਵਾਜ਼ ਪਰਮਾਤਮਾ ਬਾਰੇ ਕੀ ਕਹਿੰਦੀ ਹੈ ਇਹਨੂੰ ਕੋਈ ਵਿਰਲਾ ਵਿਰਲਾ ਜਾਣਦਾ। ਇਹ ਕਹਿੰਦੇ ਕਿ ਰਾਬੀਆ ਭਗਤ ਨਹੀਂ ਹੋਈ। ਹਸਨ ਫਕੀਰ ਇੱਕ ਦਿਨ ਮਸਜਿਦ ਦੇ ਅੱਗੇ ਖਲੋਤਾ, ਪਰਮਾਤਮਾ ਨੂੰ ਕਹਿ ਰਿਹਾ ਸੀ, ਹੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਕਿਰਪਾ ਕਰ। ਰਾਬੀਆ ਕੋਲੋਂ ਲੰਘਦੀ ਤੇ ਹੱਸਣ ਲੱਗ ਪਈ। ਕਹਿੰਦੇ ਹਸਨ ਇਹ ਕੀ ਕਰ ਰਹੇ ਆ? ਕਹਿੰਦੇ ਮੈਂ ਪਰਮਾਤਮਾ ਤੋਂ ਕਿਰਪਾ ਮੰਗ ਰਿਹਾ। ਕਹਿੰਦੇ ਇਹ ਸ਼ਬਦ ਤੇਰੇ ਨਹੀਂ ਹਨ, ਤੂੰ ਕਿਸੇ ਤੋਂ ਸੁਣੇ ਨੇ। ਸਾਰੀ ਦੁਨੀਆ ਕਹਿੰਦੀ ਕਿਰਪਾ ਕਰ। ਪਰਮਾਤਮਾ ਨੂੰ ਕਹਿਣ ਦੀ ਲੋੜ ਨਹੀਂ ਕਿਰਪਾ ਕਰ। ਇਹਦਾ ਮਤਲਬ ਤੇ ਇਹ ਹੈ ਪਰਮਾਤਮਾ ਜੀਵਾਂ ਤੇ ਸੰਘਾਰ ਵੀ ਕਰ ਲੈਂਦਾ। ਉਹਨੂੰ ਕਹਿਣ ਦੀ ਲੋੜ ਨਹੀਂ ਕਿਰਪਾ ਕਰ, ਉਹਦਾ ਸੁਭਾਅ ਹੀ ਕਿਰਪਾ ਕਰਨ ਵਾਲਾ ਹੈ। ਉਹਨੇ ਤੇ ਕਦੀ ਤੇਰੇ ਨਾਲ ਲੜਾਈ ਕੀਤੀ ਨਹੀਂ, ਤੂੰ ਤੇ ਤਾਂ ਕਹੇ ਤੂੰ ਕਿਰਪਾ ਕਰ ਜਾਂ ਪਹਿਲਾਂ ਤੇਰੇ ਨਾਲ ਮਾੜਾ ਕੀਤਾ ਹੋਏ। ਮਹਾਰਾਜ ਤੇ ਬਾਣੀ ਦੇ ਵਿੱਚ ਕਹਿੰਦੇ ਨੇ ਪਰਮਾਤਮਾ ਤੇ ਉਹਨਾਂ ਨੂੰ ਵੀ ਪਾਲਦਾ ਹੈ ਜਿਹੜੇ ਉਹਦਾ ਨਾਂ ਨਹੀਂ ਲੈਂਦੇ, ਉਹਨਾਂ ਤੇ ਵੀ ਕਿਰਪਾ ਕਰਦਾ ਹੈ। ਉਹਦਾ ਕਿਸੇ ਦੇ ਨਾਲ ਵੈਰ ਨਹੀਂ, ਉਹ ਨਿਊਟਰਲ ਹੈ। ਇਹ ਮਨੁੱਖ ਹੀ ਹੈ ਜਿਹਨੇ ਆਪਣੇ ਹਿਸਾਬ ਨਾਲ ਇਹ ਤਰਕੀਬਾਂ ਬਣਾਈਆਂ ਨੇ, ਕਿਉਂਕਿ ਇਹਦਾ ਮਨ ਹਜੇ ਤਾਈਂ ਨਿਰਮਲ ਨਹੀਂ, ਸੂਖਸ਼ਮ ਰੂਪ ਵਿੱਚ ਮੈਲ ਚੜੀ ਹੋਈ ਹੈ, ਵਿਖਾਈ ਦਿੰਦੀ ਨਹੀਂ। ਜਿਸ ਦਿਨ ਵਿਖ ਜਾਏਗੀ ਨਿਕਲਣ ਦੇ ਯਤਨ ਆਪਣੇ ਆਪ ਹੀ ਕਰ ਲਏਗਾ। ਵਿਖਦੀ ਨਹੀਂ ਹੈ ਹਜੇ। ਹੋ ਸਕਦਾ ਹੈ ਆਪਣੇ ਆਪ ਨੂੰ ਮਨੁੱਖ ਨੇ ਬੜੀ ਉੱਚੀ ਕਤਾਰ ਤੇ ਉੱਚੀ ਪੰਕਤੀ ਵਿੱਚ ਰੱਖਿਆ ਹੋਏ। ਜਦੋਂ ਤਾਈਂ ਉਹ ਪੰਕਤੀ ਤੋਂ ਥੱਲੇ ਨਹੀਂ ਲਏਗਾ, ਆਪਣੇ ਅੰਦਰ ਦਾ ਪਤਾ ਨਹੀਂ ਲੱਗੇਗਾ, ਅੰਦਰ ਬਦਲਾਅ ਨਹੀਂ ਆਏਗਾ। ਬਦਲਾਅ ਉਸ ਦੇ ਨਹੀਂ ਆਉਣਾ ਜਿਸ ਦਿਨ ਅੰਦਰ ਦਾ ਪਤਾ ਲੱਗੇਗਾ। ਹੁਣ ਰਾਬੀਆ ਕਹਿੰਦੀ ਹੈ ਪਰਮਾਤਮਾ ਨੂੰ ਕਹਿਣ ਦੀ ਲੋੜ ਨਹੀਂ ਕਿਰਪਾ ਕਰ, ਉਹ ਤੇ ਕਰਦਾ ਹੀ ਕਿਰਪਾ, ਉਹਦਾ ਸੁਭਾਅ ਹੀ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਉਹ ਤੇ ਸਦਾ ਦਿਆਲ ਹੈ, ਉਹ ਤੇ ਮਿਹਰਬਾਨ ਹੈ। ਉਹਦਾ ਤੇ ਨਾਂ ਹੀ ਭਗਤਾਂ ਨੇ ਮਿਹਰਬਾਨ ਰੱਖਿਆ। ਉਹ ਹਮੇਸ਼ਾ ਮਿਹਰ ਕਰਦਾ ਹੈ, ਉਹਦਾ ਸੁਭਾਅ ਹੀ ਹੈ। ਬਾਣੀ ਦੇ ਵਿੱਚ ਤੇ ਮਹਾਰਾਜ ਕਹਿੰਦੇ ਨੇ ਉਹ ਕੈਸਾ
ਉਹ ਮਿਹਰ ਕਰਦਾ ਹੈ, ਤੂੰ ਮਿਹਰ ਕਰਵਾਉਣ ਵਾਲਾ ਬਣ। ਬਸ ਉਹ ਤੇ ਕਰ ਰਿਹਾ। ਜਿਵੇਂ ਮਨੁੱਖ ਜਾਗ ਪਏ, ਜਿਵੇਂ ਆ ਬਾਹਰੀ ਤੌਰ ਤੇ ਅਸੀਂ ਕਹਿੰਦੇ ਹਾਂ ਗਿਆਨ ਦੀ ਪ੍ਰਾਪਤੀ ਕਰਨੀ ਹੈ, ਤੇ ਗਿਆਨ ਤੇ ਹੈ ਹੀ ਹੈ ਪਹਿਲਾਂ ਹੀ। ਇਹ ਨਹੀਂ ਪਰਮਾਤਮਾ ਨੂੰ ਮਿਲਣਾ ਹੈ, ਮਿਲਣਾ ਕੀ, ਉਹ ਤੇ ਹੈ ਹੀ ਹੈ ਪਹਿਲਾਂ ਹੀ। ਅਸੀਂ ਜਾਗਣਾ ਬਸ, ਉਹ ਤੇ ਹੈ। ਬਸ ਇਵੇਂ ਸਮਝ ਲਓ, ਇੱਕ ਮਛਲੀ ਨੇ ਸਮੁੰਦਰ ਵਿੱਚ ਇਹ ਕਹੇ ਮੈਂ ਸਮੁੰਦਰ ਨੂੰ ਮਿਲਣਾ, ਪਾਣੀ ਨੂੰ ਮਿਲਣਾ, ਉਹ ਕਹਿਣਗੇ ਨਹੀਂ, ਤੈਨੂੰ ਸੋਝੀ ਦੀ ਲੋੜ ਹੈ, ਜੀ ਪਾਣੀ ਵਿੱਚ ਹੀ ਨਹੀਂ। ਮਨੁੱਖ ਉਹਦੇ ਤੋਂ ਬਾਹਰ ਨਹੀਂ ਜੀ ਰਿਹਾ, ਬਸ ਜਾਗਣਾ ਹੈ। ਤਾਂ ਹੀ ਬਾਣੀ ਵਿੱਚ ਬਾਰ-ਬਾਰ ਸ਼ਬਦ ਹੁੰਦਾ ਹੈ ਜਾਗਣਾ, ਜਾਗ ਲੋ। ਇਹ ਮਨੁੱਖ ਜਾਗ ਲਾ, ਕਾਹਦੇ ਵਿੱਚੋਂ? ਪਦਾਰਥਾਂ ਦੀ ਨੀਂਦ ਚੋਂ। ਜੋ ਹੁਣ ਇਸ ਦ੍ਰਿਸ਼ਟੀ ਨਾਲ ਵੇਖ ਰਹੇ ਹੈ ਐਸਾ ਨਹੀਂ ਹੈ, ਬਸ ਇਹ ਵੇਖਣਾ ਹੈ, ਇਹ ਸਮਝਣਾ ਹੈ। ਇਹ ਸਮਝ ਉਸ ਦਿਨ ਆਉਂਦੀ ਹੈ ਜਦੋਂ ਮਨੁੱਖ ਦੀ ਸੁਰਤ ਜਿਹੜੀ ਚੇਤਨਾ ਹੈ ਉਹ ਬਰੀਕ ਹੋ ਜਾਂਦੀ ਹੈ। ਹਜੇ ਚੇਤਨਾ ਮੋਟੀ ਹੈ। ਮੈਂ ਕਈ ਵਾਰੀ ਸੋਚਣਾ, ਚੇਤਨਾ ਤਾਂ ਇੱਕੋ ਹੀ ਹੈ, ਉਸ ਨੂੰ ਹੀ ਨਾਮ ਦਿੱਤੇ ਨੇ, ਉਹਨੂੰ ਮਨ ਵੀ ਕਿਹਾ, ਉਹਨੂੰ ਬੁੱਧੀ ਵੀ ਕਿਹਾ, ਉਹਨੂੰ ਅਹੰਕਰਨ ਵੀ ਕਿਹਾ, ਉਹਨੂੰ ਆਤਮਾ ਕਿਹਾ, ਹੈ ਚੇਤਨਾ ਹੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤਾ ਜ਼ਿਆਦਾ ਇਹਨਾਂ ਚੀਜ਼ਾਂ ਵਿੱਚ ਨਹੀਂ ਪਾਇਆ, ਉਹਨਾਂ ਸਿੱਧਾ ਸ਼ਬਦ ਮਨ ਨਹੀਂ ਵਰਤਦੇ ਨੇ ਬਾਰ-ਬਾਰ। ਕਿਉਂ? ਚੇਤਨਾ ਤਾਂ ਇੱਕੋ ਹੀ ਹੈ। ਇਹ ਤਾਂ ਅੱਗੇ ਵਿਦਵਾਨਾਂ ਨੇ ਉਹਦੇ ਨਾਮ ਕੱਟ-ਕੁੱਟ ਕੇ ਬਣਾਏ ਨੇ, ਕਿਸੇ ਨੇ ਉਹਨੂੰ ਬੁੱਧੀ ਕਹਿ ਦਿੱਤਾ, ਕਿਸੇ ਨੇ ਮਨ, ਉਹ ਤੇ 4 ਤਰੀਕੇ ਦਾ ਕਹਿ ਦਿੱਤਾ, ਹੈ ਉਹ ਇੱਕ ਹੀ। ਉਹੀ ਚੇਤਨਾ ਹੈ, ਜੇ ਸਿੱਧੀ ਚੱਲ ਪਏ ਪਰਮਾਤਮਾ ਵੱਲ ਚੱਲ ਪੈਂਦੀ ਹੈ, ਉਹੀ ਜੇ ਇੱਧਰ ਚੱਲ ਪਏ ਦੁਨੀਆ ਵੱਲ ਚੱਲ ਪੈਂਦੀ। ਉਹ ਚੇਤਨਾ ਜਦੋਂ ਤਾਈਂ ਦੁਨਿਆਵੀ ਪਦਾਰਥਾਂ ਦੇ ਵਿੱਚ ਫਸੀ ਹੋਈ ਹੈ, ਉਦੋਂ ਤਾਈਂ ਪਰਮਾਤਮਾ ਬਾਰੇ ਇਸ ਨੂੰ ਪਤਾ ਨਹੀਂ ਲੱਗਦਾ। ਦੁਨੀਆ ਦੇ ਜਿਹੜੇ ਬੰਧਨ ਨੇ, ਸਰੀਰਿਕ ਬੰਧਨ ਨੇ, ਜਿਹਵਾ ਦੇ ਬੰਧਨ ਨੇ, ਕੰਨ ਰਸ ਹੈ, ਮਨ ਰਸ ਹੈ, ਸਰੀਰ ਦੇ ਬੰਧਨ ਨੇ, ਧਰਮ ਦਾ ਬੰਧਨ ਹੈ, ਜਾਤ ਦਾ ਬੰਧਨ ਹੈ, ਪਾਤ ਦਾ ਬੰਧਨ ਹੈ, ਕਿੰਨੇ ਬੰਧਨ ਨੇ। ਜਦੋਂ ਇਹਨਾਂ ਬੰਧਨਾਂ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ, ਜਦੋਂ ਇੱਕ ਇੱਕ ਕਰਕੇ ਇਹ ਬੰਧਨ ਤੋੜੇਗਾ, ਇੱਕਦਮ ਤੇ ਨਹੀਂ ਟੁੱਟਦੇ, ਰੋਜ਼-ਰੋਜ਼ ਟੁੱਟਣਗੇ। ਤਾਂ ਹੀ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ। ਇੱਕੋ ਦਮ ਨਹੀਂ ਮਨੁੱਖ ਜਾਗਦਾ, ਹੌਲੀ-ਹੌਲੀ ਜਾਗਦਾ। ਪਰ ਮੈਂ ਇਹ ਵੀ ਕਹਿ ਦਿਆਂ, ਇੱਕੋ ਦਮ ਮਨੁੱਖ ਸੌਂਦਾ ਵੀ ਨਹੀਂ ਹੈ, ਹੌਲੀ-ਹੌਲੀ ਸੌਂਦਾ। ਇਹ ਇੱਥੋਂ ਤਾਈਂ ਸੁੱਤਾ ਹੋਇਆ ਹੈ, ਇਹਨੂੰ ਜਨਮ ਮਿਲਿਆ ਜਾਗਣ ਵਾਸਤੇ, ਇੱਕੋ ਦਮ ਨਹੀਂ ਸੁੱਤਾ, ਹੌਲੀ-ਹੌਲੀ ਸੁੱਤਾ ਹੈ। ਜਿਸ ਦਿਨ ਇਹ ਜਾਗੇਗਾ, ਜਿਵੇਂ ਹੀ ਥੋੜਾ ਜਿਹਾ ਜਾਗੇਗਾ, ਵਿਰਾਗ ਕਰੇਗਾ, ਰੋਏਗਾ। ਕਿਉਂ? ਬੜਾ ਟਾਈਮ ਕੱਢ ਦਿੱਤਾ ਸੁੱਤਿਆਂ ਹੀ। ਸਰਫ ਹੈ ਸਰਫ ਹੈ ਸਦਾ ਸਦਾ, ਸੁੱਤਿਆਂ ਗਈ ਵਿਹਾਏ। ਇਹ ਰੋਂਦਾ ਹੈ। ਫਿਰ ਕਦੋਂ ਰੋਏਗਾ? ਜਦੋਂ ਥੋੜੀ ਜਿਹੀ ਚੇਤਨਾ ਜਾਗੇਗੀ। ਜਿਸ ਦਿਨ ਵੀ ਜਾਗ ਪਈ, ਇਹ ਹੋ ਸਕਦਾ ਹੈ ਦੁਨਿਆਵੀ ਤੌਰ ਤੇ ਮਨੁੱਖ ਬੜਾ ਸਮਝਦਾਰ ਹੈ, ਧੰਦਿਆਂ ਦੇ ਪ੍ਰਤੀ ਬੜਾ ਜਾਗਿਆ ਹੋਇਆ, ਜਗਾਉਣ ਦੀ ਲੋੜ ਨਹੀਂ ਹੈ। ਆਪਣੇ ਕੰਮਾਂ ਦੇ ਪ੍ਰਤੀ ਬੜਾ ਜਾਗਿਆ ਹੋਇਆ, ਸਮਾਜਿਕ ਸਟੇਟਸ ਦੇ ਪ੍ਰਤੀ ਬੜਾ ਜਾਗਿਆ ਹੋਇਆ, ਰਾਜਨੀਤੀ ਦੇ ਪ੍ਰਤੀ ਬਹੁਤ ਜ਼ਿਆਦਾ ਹੀ ਜਾਗਿਆ ਹੋਇਆ, ਧਰਮ ਦੇ ਪ੍ਰਤੀ ਬਿਲਕੁਲ ਹੀ ਸੁੱਤਾ ਪਿਆ, ਅਧਿਆਤਮਿਕਤਾ ਦੇ ਪ੍ਰਤੀ ਬਿਲਕੁਲ ਹੀ ਸੁੱਤਾ ਪਿਆ। ਇਹ ਜਿੰਨਾ ਬਾਹਰਲੀ ਸਾਈਡ 'ਚ ਜਾਗਿਆ ਹੋਇਆ ਹੈ, ਸਭ ਹੰਕਾਰ ਹੈ। ਇਹ ਜਿਵੇਂ ਜਿਵੇਂ ਹੰਕਾਰ ਛੋਟਾ ਹੁੰਦਾ ਜਾਏਗਾ, ਰਾਜਨੀਤੀ ਦਾ, ਸਮਾਜ ਦਾ, ਸਮਾਜਿਕ ਗਿਆਨ ਦਾ ਜਿਵੇਂ ਜਿਵੇਂ ਥੋੜਾ ਹੁੰਦਾ ਜਾਏਗਾ, ਮਨੁੱਖ ਧਰਮ ਦੇ ਪ੍ਰਤੀ ਜਾਗਦਾ ਜਾਏਗਾ। ਮੈਂ ਦੂਜੇ ਸ਼ਬਦਾਂ ਵਿੱਚ ਕਹਿ ਦਿਆਂ, ਜਦੋਂ ਤਾਈਂ ਮਨੁੱਖ ਧਰਮ ਦੇ ਪ੍ਰਤੀ ਨਹੀਂ ਜਾਗਦਾ, ਉਦੋਂ ਤਾਈਂ ਮਨੁੱਖ ਸਮਾਜ ਦੇ ਪ੍ਰਤੀ ਜਾਗਿਆ ਹੋਇਆ। ਜਿਸ ਦਿਨ ਮਨੁੱਖ ਦੀ ਚੇਤਨਾ ਜਾਗ ਜਾਂਦੀ ਹੈ ਪਰਮਾਤਮਾ ਦੇ ਪ੍ਰਤੀ, ਰੱਬ ਦੇ ਪ੍ਰਤੀ, ਔਰ ਉਹ ਜਾਗੇ ਕਿਵੇਂ? ਗੁਰੂ ਅਮਰਦਾਸ ਰਾਮਦਾਸ ਮਹਾਰਾਜ ਜੀ ਦੇ ਕੋਲ 3 ਸਿੱਖ ਆਏ ਇਕੱਠੇ। ਉਹ ਗੁਰੂ ਸਾਹਿਬ ਜੀ ਨੂੰ ਇਹੀ ਸਵਾਲ ਕਰਦੇ ਨੇ, ਮਹਾਰਾਜ ਜਾਗਿਆ ਕਿਵੇਂ ਜਾਏ? ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕਦਮ ਤੇ ਨਹੀਂ ਜਾਗਿਆ ਜਾਣਾ, ਜਾਗਿਆ ਤੇ ਜਾਏਗਾ ਹੌਲੀ ਹੌਲੀ। ਪਹਿਲਾਂ ਤੁਸੀਂ ਐਵੇਂ ਕਰੋ, ਹੋਰ ਤੇ ਕੰਮ ਕਰੋ ਨਾ, ਜਾ ਕੇ ਸੇਵਾ ਕਰੋ, ਦਾਨ ਪੁੰਨ ਕਰੋ, ਐਸੇ ਕਰਮ ਕਰੋ ਥੋੜੇ ਜਿਹੜੇ ਪਰਮਾਰਥ ਦੇ ਕੰਮ ਹੋਣ। ਉਹਨਾਂ ਜਾ ਕੇ ਹੌਲੀ ਹੌਲੀ ਸੇਵਾ ਕੀਤੀ, ਦਾਨ ਪੁੰਨ ਕੀਤਾ, ਜਿੱਥੇ ਵੀ ਕਰਦੇ ਸਨ ਕੀਤਾ। ਥੋੜੇ ਸਮੇਂ ਬਾਅਦ ਮਹਾਰਾਜ ਦੇ ਕੋਲ ਆਏ,
ਕਹਿੰਦੇ ਮਹਾਰਾਜ ਕਰ ਲਿਆ, ਹਜੇ ਕੋਈ ਗੱਲ ਹੋਰ ਬਣੀ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਹਜੇ ਤੇ ਜਿਵੇਂ ਖੇਤ ਨੂੰ ਜਦੋਂ ਖੇਤ ਦੇ ਵਿੱਚ ਬੀਜ ਬੀਜਣਾ ਹੋਏ ਨਾ, ਪਹਿਲਾਂ ਬੀਜਣ ਤੋਂ ਪਹਿਲਾਂ ਜ਼ਿਮੀਦਾਰ ਉਹਨੂੰ ਵਾਹੁੰਦਾ ਹੈ। ਇਹ ਜਿੰਨਾ ਬਾਹਰੀ ਤੌਰ ਤੇ ਸੇਵਾ ਕਰਨੀ ਹੈ, ਬਾਹਰੀ ਤੌਰ ਤੇ ਦਾਨ ਪੁੰਨ ਕਰਨਾ, ਇਹ ਇਵੇਂ ਸਮਝ ਲਓ ਖੇਤ ਤਿਆਰ ਕਰਨਾ ਹੈ। ਬਸ ਇਹ ਖੇਤ ਹੀ ਤਿਆਰ ਹੁੰਦਾ ਹੈ ਬਾਹਰੀ ਤੌਰ ਤੇ। ਕੋਈ ਜੋੜਿਆਂ ਦੀ ਸੇਵਾ ਕਰਦਾ ਹੈ, ਕੋਈ ਇੱਟਾਂ ਦੀ ਸੇਵਾ ਕਰਦਾ ਹੈ, ਕੋਈ ਬਜਰੀ ਦੀ ਸੇਵਾ ਕਰਦਾ ਹੈ। ਇਹ ਤੇ ਬਾਹਰੀ ਤੌਰ ਤੇ ਖੇਤ ਤਿਆਰ ਹੁੰਦਾ ਹੈ। ਜੇ ਮਨੁੱਖ ਸਾਰੀ ਉਮਰ ਖੇਤ ਹੀ ਤਿਆਰ ਕਰਦਾ ਰਹੇ ਤੇ ਬੀਜ ਪਾਏ ਨਾ, ਸਿਆਣਾ ਤੇ ਉਹਨੂੰ ਕੋਈ ਨਹੀਂ ਕਹੇਗਾ। ਇਹ ਤੇ ਬਾਹਰੀ ਤੌਰ ਤੇ ਖੇਤ ਤਿਆਰ ਹੋ ਰਿਹਾ ਹੈ। ਇਹਦੇ ਵਿੱਚ ਬੀਜ ਕੀ ਪਾਣਾ? ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਾਉ ਬੀਜ ਸੰਤੋਖ ਸੁਹਾਗਾ। ਨਾਮ ਦਾ ਬੀਜ ਇਹਦੇ ਵਿੱਚ ਪਏਗਾ। ਨਾਮ ਦਾ ਬੀਜ ਕੀ? ਸਚਾਈ ਦਾ ਬੀਜ, ਉਹ ਪਰਮਾਤਮਾ ਦੇ ਗਿਆਨ ਦਾ ਬੀਜ, ਸਮਝ ਦਾ ਬੀਜ ਇਹਦੇ ਵਿੱਚ ਪਏਗਾ। ਕਿਉਂਕਿ ਨਾਉ ਸ਼ਬਦ ਦੇ ਗੁਰਬਾਣੀ ਵਿੱਚ ਬੜੇ ਹੀ ਅਰਥ ਨੇ। ਸਤਨਾਮ ਵਾਹਿਗੁਰੂ ਜਪਣਾ ਇਹ ਵੀ ਨਾਉ ਹੈ, ਉਹਦੀ ਸਮਝ ਲੱਗ ਜਾਣੀ ਇਹ ਵੀ ਨਾਉ ਹੈ, ਤੇ ਪਰਮਾਤਮਾ ਖੁਦ ਵੀ ਨਾਉ ਹੈ। ਉਹਨੂੰ ਨਾਉ ਵੀ ਕਿਹਾ ਮਹਾਰਾਜ ਨੇ। ਨਾਮ ਤੋਂ ਹੀ ਸਭ ਕੁਝ ਪੈਦਾ ਹੋਇਆ, ਨਾਮ ਤੋਂ ਹੀ ਸਭ ਕੁਝ ਵਿਨਾਸ਼ ਹੋਏਗਾ। ਉਹਦਾ ਨਾਮ ਜਪਣਾ ਤੇ ਨਾਉ ਹੈ। ਇਹ ਤੇ ਇੱਕ ਵਿਧੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਵਿਧੀ ਦਿੱਤੀ ਹੈ। ਸਤਨਾਮ ਵਾਹਿਗੁਰੂ ਜਪਣਾ ਇਹ ਕੀ ਕਰਦਾ ਹੈ? ਇਹ ਮਨ ਨੂੰ ਇਕਾਗਰ ਕਰਦਾ ਹੈ। ਜਿਵੇਂ ਚੇਤਨਾ ਇਕਾਗਰ ਹੋਏਗੀ, ਸਮਝ ਵੱਧ ਜਾਏਗੀ ਨਾਲੋਂ ਨਾਲ। ਪਰਮਾਤਮਾ ਦਾ ਮਿਲ ਜਾਣਾ ਕੀ ਹੈ? ਸਮਝ ਦਾ ਮਿਲ ਜਾਣਾ, ਸੋਝੀ ਆ ਜਾਣੀ, ਗਿਆਨ ਆ ਜਾਣਾ। ਮਹਾਰਾਜ ਕਹਿੰਦੇ ਨੇ ਅਗਿਆਨ ਅੰਧੇਰਾ ਸੂਝਸ ਨਹੀਂ। ਮਹਾਰਾਜ ਬਾਣੀ ਦੇ ਵਿੱਚ ਇਹ ਵੀ ਕਹਿੰਦੇ ਨੇ, ਮੇਰੇ ਤੇ ਕਿਰਪਾ ਕਰ ਹੈ ਪ੍ਰਮਾਤਮਾ, ਮੈਨੂੰ ਵਿਵੇਕ ਦੀ ਬੁੱਧੀ ਦੇ। ਭਾਵ ਉਹ ਬੁੱਧੀ ਦੇ ਜਿਹਦੇ ਨਾਲ ਮੈਂ ਸੱਚ ਤੇ ਝੂਠ ਦਾ ਨਿਸਤਾਰਾ ਕਰ ਸਕਾਂ, ਜਿਸ ਤੋਂ ਮੈਨੂੰ ਪਤਾ ਲੱਗ ਸਕੇ ਪਰਪੰਚ ਕੀ ਹੈ, ਪਰਮਾਤਮ ਕੀ ਹੈ, ਇਸ ਦੁਨੀਆ ਤੇ ਸਚਾਈ ਕੀ ਹੈ, ਇਹ ਦੁਨੀਆ ਤੇ ਝੂਠ ਕੀ ਹੈ, ਮੈਨੂੰ ਪਤਾ ਤੇ ਲੱਗੇ। ਹਜੇ ਤੇ ਜੋ ਕੁਝ ਵੀ ਮੈਂ ਕਰ ਰਿਹਾ ਇਹਦੇ ਵਿੱਚ ਮੈਨੂੰ ਕੋਈ ਸਮਝ ਨਹੀਂ ਹੈ, ਅਚੇਤ ਹਾਂ। ਇਸ ਕਰਕੇ ਦੁਨੀਆ ਤੇ ਸ਼ੁਰੂਆਤੀ ਤੌਰ ਤੋਂ ਲੈ ਕੇ ਹੁਣ ਤਾਈਂ, ਆਪਾਂ ਕੱਲ ਵੀ ਵਿਚਾਰ ਕੀਤੀ ਸੀ, ਸਚਾਈ ਦੀ ਤੇ ਬੁਰਾਈ ਦਾ ਟੱਕਰਾ ਰਿਹਾ ਸ਼ੁਰੂ ਤੋਂ ਲੈ ਕੇ। ਅੱਜ ਤੋਂ ਨਹੀਂ, ਲੱਖਾਂ ਸਾਲਾਂ ਤੋਂ ਹੀ ਚੰਗਿਆਂ ਗੁਣਾਂ ਦਾ ਤੇ ਮਾੜਿਆਂ ਗੁਣਾਂ ਦਾ ਵੈਰ ਰਿਹਾ। ਇਹਨੂੰ ਲੋਕ ਰਾਖਸ਼ਾਂ ਤੇ ਦੇਵਤਿਆਂ ਦਾ ਵੈਰ, ਇਹਨੂੰ ਹੀ ਦੁਨੀਆ ਭਗਤਾਂ ਤੇ ਹੰਕਾਰੀਆਂ ਦਾ ਵੈਰ ਕਹਿੰਦੀ ਆਉਂਦੀ ਹੈ। ਸ਼ੁਰੂ ਤੋਂ ਹੀ ਰਿਹਾ। ਜਦੋਂ ਦੀ ਇਹ ਦੁਨੀਆ ਚੱਲੀ ਹੈ ਉਦੋਂ ਤੇ ਸਚਾਈ ਤੇ ਬੁਰਾਈ ਦਾ ਟੱਕਰਾ ਰਿਹਾ ਹੈ। ਭਾਵੇਂ ਉਹ ਰਾਮਾਇਣ ਦੇ ਵਿੱਚ ਵੇਖੋ, ਜਿਹਨੂੰ ਅਸੀਂ ਕਹਿੰਦੇ ਹਾਂ ਬੁਰਾਈ ਦੀ ਅਛਾਈ ਤੇ ਜਿੱਤ, ਸ਼ੁਰੂ ਤੋਂ ਰਹਿੰਦਾ ਆਇਆ। ਇਹਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸ਼ੁਰੂ ਤੋਂ ਲੈ ਕੇ ਸਚਾਈ ਦਾ ਤੇ ਬੁਰਾਈ ਦਾ ਵੈਰ ਰਿਹਾ। ਜਿਹੜੇ ਮਨੁੱਖ ਸਚਾਈ ਦੇ ਨਾਲ ਜੁੜ ਜਾਂਦੇ ਨੇ, ਬੁਰਾਈ ਵਾਲੇ ਮਨੁੱਖਾਂ ਨੂੰ ਚੰਗੇ ਨਹੀਂ ਲੱਗਦੇ। ਜਿਵੇਂ ਜਿਵੇਂ ਮਨੁੱਖ ਸਚਾਈ ਤੇ ਜੁੜ ਜਾਂਦਾ ਹੈ, ਬੁਰਾਈ ਵਾਲੇ ਨੂੰ ਚੰਗਾ ਇਸ ਲਈ ਨਹੀਂ ਲੱਗਦਾ ਕਿਉਂਕਿ ਉਹਦਾ ਕੰਮ ਬੰਦ ਹੁੰਦਾ ਹੈ। ਸਚਾਈ ਵਾਲੇ ਨੇ ਸਚਾਈ ਬੋਲਣੀ ਹੈ, ਜਿਵੇਂ ਹੀ ਸਚਾਈ ਬੋਲੇਗਾ ਬੁਰਾਈ ਵਾਲੇ ਦਾ ਕੰਮ ਬੰਦ ਹੁੰਦਾ ਹੈ। ਤਾਂ ਕਰਕੇ ਸੱਚੇ ਮਨੁੱਖ ਬੁਰਿਆਂ ਨੂੰ ਚੰਗੇ ਨਹੀਂ ਲੱਗਦੇ। ਹੁਣ ਮਹਾਰਾਜ ਇੱਥੇ ਅੱਜ ਦੀ ਪੰਕਤੀ ਵਿੱਚ ਕਹਿੰਦੇ ਨੇ, ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਉ ਦਰਗਾਹ ਮਿਲੈ ਸਜਾਏ। ਦੋ ਗੱਲਾਂ ਮਹਾਰਾਜ ਕਹਿ ਰਹੇ ਨੇ। ਵੈਸੇ ਇਹ ਪੂਰੀ ਪੌੜੀ ਦੇ ਵਿੱਚ 5-6 ਪ੍ਰਕਾਰ ਦੀਆਂ ਚੀਜ਼ਾਂ ਮਹਾਰਾਜ ਨੇ ਦੱਸੀਆਂ ਨੇ। ਜਿਹੜੇ ਮਨੁੱਖ ਸਚਾਈ ਤੋਂ ਟੁੱਟੇ ਹੋਏ ਨੇ, ਸਦਗੁਣਾਂ ਤੋਂ ਟੁੱਟੇ ਹੋਏ ਨੇ, ਇਹ ਉਹਨਾਂ ਦੇ ਅੰਦਰ ਵਾਪਰਦੀਆਂ ਨੇ। ਜਿਹੜੇ ਆਤਮ ਤੋਂ ਟੁੱਟੇ ਹੋਏ ਨੇ, ਚੇਤਨਾ ਜਿਹਦੀ ਹਜੇ ਸਮਾਜ ਦੇ ਵਿੱਚ ਫਸੀ ਹੋਈ ਹੈ, ਜਿਹਨੂੰ ਬਾਣੀ ਕਹਿੰਦੀ ਫਾਹੀ ਸੁਰਤ ਮਲੂਕੀ ਵੇਸ,
ਹਜੇ ਤੇ ਮਲੂਕੀ ਵੇਸ ਠੱਗਣ ਵਾਲੇ ਵੇਸ ਵਿੱਚ ਫਸੀ ਹੋਈ ਹੈ। ਹਉ ਠਗਵਾੜਾ ਠੱਗੀ ਦੇਸ। ਜਿਹੜਾ ਸੱਚੇ ਗੁਣਾਂ ਦਾ ਵੈਰੀ ਹੈ, ਜਿਸ ਨੇ ਹਜੇ ਤਾਈਂ ਪ੍ਰਮਾਤਮਾ ਨੂੰ ਨਹੀਂ ਜਾਣਿਆ, ਉਹਦਾ ਰੂਪ ਕੈਸਾ ਹੈ? ਵਿਗੜ, ਵਿਕ੍ਰਿਤ ਰੂਪ। ਭਾਵ ਉਸ ਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਹੈ, ਸਹਿਜ ਨਹੀਂ ਹੈ, ਸਮਾਧੀ ਨਹੀਂ ਹੈ। ਸਮਾਧੀ ਕਿਹਨੂੰ ਕਹਿੰਦੇ ਨੇ? ਸਮਾਧਾਨ। ਸਮਾਧੀ ਦਾ ਮਤਲਬ ਇਹ ਨਹੀਂ ਹੈ ਅੱਖਾਂ ਬੰਦ ਕਰਕੇ ਬੈਠ ਜਾਣਾ, ਇਹ ਸਮਾਧੀ ਨਹੀਂ ਹੈ। ਐਸੀ ਸਮਾਧੀ ਤੇ ਮਨੁੱਖ ਬੜੀ ਵਾਰੀ ਲਾ ਲੈਂਦਾ ਹੈ। ਉਹ ਜਿਹੜੀ ਸਮਾਧੀ ਹੈ ਉਹ ਤੇ ਸਮਾਧਾਨ ਹੈ, ਉਹ ਤੇ ਅੱਖਾਂ ਖੁੱਲ੍ਹਿਆਂ ਵੀ ਲੱਗੀ ਰਹਿੰਦੀ ਹੈ। ਉਹ ਜਿਹੜੀ ਸਮਾਧੀ ਹੈ ਉਹ ਤੇ ਅੱਖਾਂ ਖੋਲ੍ਹ ਕੇ ਵੀ ਲੱਗੀ ਰਹਿੰਦੀ ਹੈ। ਉਹਦੇ ਵਾਸਤੇ ਠੀਕ ਹੈ ਸਵੇਰੇ ਬੈਠਣਾ, ਇਹ ਵੱਖਰੀ ਗੱਲ ਹੈ। ਸੰਤ ਕਾ ਦੋਖੀ ਵਿਗੜ ਰੂਪ ਹੋ ਜਾਏ। ਰੂਪ ਜਿਹੜਾ ਹੈ ਉਹ ਵਿਗੜ ਜਾਂਦਾ ਹੈ, ਭਾਵ ਅੰਦਰੋਂ ਸ਼ਾਂਤੀ ਖਤਮ ਹੋ ਜਾਂਦੀ ਹੈ। ਸੰਤ ਕੇ ਦੋਖੀ ਕਹੋ ਦਰਗਾਹ ਮਿਲੈ ਸਜਾਏ। ਫਿਰ ਇੱਥੇ ਤੇ ਸਜ਼ਾ ਮਿਲਦੀ ਹੈ। ਇੱਥੇ ਤੇ ਸਜ਼ਾ ਮਿਲਣੀ ਹੈ, ਕਿਉਂਕਿ ਅਗਿਆਨ ਵਿੱਚ ਤੁਰੇਗਾ, ਸਜ਼ਾ ਤੇ ਪੈਰ ਪੈਰ ਤੇ ਮਿਲਦੀ ਹੈ। ਕਿਸੇ ਨਾ ਕਿਸੇ ਗੱਲ ਤੋਂ, ਛੋਟੀਆਂ ਛੋਟੀਆਂ ਗੱਲਾਂ ਤੋਂ ਪਰੇਸ਼ਾਨੀ ਬਣੀ ਰਹੇਗੀ। ਰੋਜ਼ ਦੀ ਰੋਜ਼ ਮਨੁੱਖ ਇੱਕ ਗ੍ਰਿਫਤ ਵਿੱਚ ਜੀਏਗਾ। ਇੱਥੇ ਤੇ ਸਜ਼ਾ ਮਿਲਣੀ ਹੈ। ਫਿਰ ਅਗਲੀ ਸਜ਼ਾ ਹੈ ਦਰਗਾਹ ਵਿੱਚ। ਉਹ ਤੇ ਮਨੁੱਖ ਨੂੰ ਸ਼ਾਇਦ ਕਿਸੇ ਨੂੰ ਵਿਰਲੇ ਨੂੰ ਯਾਦ ਆਉਂਦੀ ਹੈ। ਦਰਗਾਹ ਦੀ ਯਾਦ ਤੇ ਉਹਨੂੰ ਆਉਂਦੀ ਹੈ ਜਿਹੜੇ ਮਨੁੱਖ ਨੇ ਥੋੜ੍ਹੀ ਬੰਦਗੀ ਕੀਤੀ ਹੈ। ਨਹੀਂ, ਮਨੁੱਖ ਦੀ ਯਾਦ ਦੇ ਵਿੱਚ ਇੰਨਾ ਮਨੁੱਖ ਦਾ ਧਿਆਨ ਗਹਿਰਾ ਨਹੀਂ ਹੈ, ਉਹ ਇਸ ਦੁਨੀਆ ਤੋਂ ਬਾਹਰ ਧਿਆਨ ਕੱਢ ਲਏ। ਦਿਨ ਰਾਤ ਧਿਆਨ ਇਸ ਸਰੀਰ ਦੇ ਵਿੱਚ ਹੀ ਫਸਿਆ ਹੋਇਆ। ਇਸ ਸਰੀਰ ਦੀ ਜਿਹਬਾ ਦੇ ਵਿੱਚ ਜਿੱਥੋਂ ਰਸ ਲੈਂਦਾ ਉਹਦੇ ਵਿੱਚ ਫਸਿਆ, ਕੰਨ ਰਸ ਦੇ ਵਿੱਚ ਫਸਿਆ, ਮਨ ਰਸ ਵਿੱਚ ਫਸਿਆ। ਕਦੀ ਆਪ ਜੀ ਨੋਟ ਕਰਨਾ ਮਨੁੱਖ ਦਾ ਮਨ ਕੈਸਾ ਫਸਿਆ ਹੈ। ਗੱਲ ਕਿਸੇ ਦੀ ਚੱਲਦੀ ਹੈ, ਬੜੇ ਲੰਮੇ ਲੰਮੇ ਵਿਚਾਰ, ਇੱਕੋ ਗੱਲ ਕਿਸੇ ਦੀ ਚੱਲ ਰਹੀ ਹੈ, ਉਸੇ ਗੱਲ ਤੇ ਵਿਚਾਰ ਦੇਈ ਜਾਏਗਾ। ਉਹਨੇ ਐਵੇਂ ਕੀਤਾ, ਉਹਨੇ ਗੱਲ ਕਿਸੇ ਦੀ ਹੈ। ਇਹਨੂੰ ਇਹ ਵੀ ਪਤਾ ਹੈ ਇਹਦੇ ਵਿੱਚੋਂ ਇਹਨੂੰ ਕੁਝ ਮਿਲਣਾ ਵੀ ਨਹੀਂ, ਬਸ ਇੰਨਾ ਕੁ ਮਿਲੇਗਾ ਜਿਹੜੇ ਨੇ ਕੋਈ ਭਜਨ ਬੰਦਗੀ ਕੀਤੀ ਉਹ ਗਵਾ ਪਏਗਾ, ਬਸ ਇੰਨਾ ਕੁ ਇਹਨੂੰ ਮਿਲਦਾ। ਦੂਜੇ ਦੀ ਨਿੰਦਾ ਤੇ ਬੁਰਾਈ ਦੇ ਵਿੱਚੋਂ ਇਹਨੂੰ ਇੰਨਾ ਕੀ ਕੁਝ ਮਿਲਦਾ, ਜੋ ਕੁਝ ਇਹਨੇ ਕਮਾਇਆ ਹੁੰਦਾ ਉਹ ਗਵਾਚ ਜਾਂਦਾ। ਸਵੇਰੇ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦਾ, ਅਗਲੇ ਦਿਨ ਫਿਰ ਉਨੀ ਕੁ ਨਿੰਦਿਆ ਕਰ ਲੈਂਦਾ, ਸਗੋਂ ਜ਼ਿਆਦਾ ਹੀ ਕਰ ਲੈਂਦਾ, ਫਿਰ ਗਵਾਚ ਜਾਂਦਾ, ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦਾ। ਘੱਟੋ ਘੱਟ 20-20, 30-30 ਸਾਲ ਹੋ ਗਏ ਨੇ, ਗੱਲ ਉੱਥੇ ਹੀ ਖਲੋਤੀ ਹੈ। ਕਾਰਨ ਕੀ ਹੈ? ਰੋਜ਼ ਕਰਦਾ ਨਿੰਦਾ, ਰੋਜ਼ ਫਿਰ ਉੱਥੇ ਖਲੋ ਜਾਂਦਾ। ਜਿੰਨਾ ਕੁ ਬਾਹਰੀ ਤੌਰ ਤੇ ਦਾਨ ਪੁੰਨ ਕਰਦਾ ਇਹਨਾਂ ਕੰਮਾਂ ਵਿੱਚ ਹੀ ਕੱਟਿਆ ਜਾਂਦਾ। ਬਾਕੀ ਰਹੀ ਗੱਲ ਮਨੁੱਖ ਨੂੰ ਦੁਨਿਆਵੀ ਤੌਰ ਤੇ ਧਨ ਦੌਲਤ ਮਿਲਣ ਦੀ, ਇਹ ਇਹਦੇ ਪੂਰਬਲੇ ਕਰਮ ਨੇ, ਉਹਨਾਂ ਨਾਲ ਮਿਲੀ ਹੈ। ਮਤ ਜਾਣਨਾ ਕਿਸੇ ਦੀ ਕੋਈ ਮਿਹਨਤ ਹੈ, ਇਹ ਇਹਦੇ ਕਰਮ ਨੇ, ਤੇ ਕਰਮ ਨਾਲ ਹੀ ਦਿਮਾਗ ਹੁੰਦਾ, ਸਭ ਕੁਝ ਕਰਮਾਂ ਨਾਲ ਹੀ ਹੁੰਦਾ। ਇਹ ਇਹਦੇ ਪਿਛਲੇ ਕੋਈ ਭਾਗ ਨੇ, ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਐਵੇਂ ਮਤ ਜਾਣਨਾ, ਇਹ ਭਾਗਾਂ ਨਾਲ ਹੀ ਸਾਰਾ ਕੁਝ ਮਿਲਿਆ ਹੋਇਆ। ਸਰੀਰ ਵੀ ਭਾਗਾਂ ਨਾਲ ਮਿਲਿਆ। ਜਿਵੇਂ ਜਿਵੇਂ ਭਾਗ ਕਮਜ਼ੋਰ ਹੁੰਦੇ ਨੇ, ਕਰਮ ਕਮਜ਼ੋਰ ਹੁੰਦੇ ਨੇ, ਜੇ ਮਾਇਆ ਵੱਲੋਂ ਕਮਜ਼ੋਰ ਹੋ ਗਏ ਮਾਇਆ ਜਾਂਦੀ ਰਹੇਗੀ। ਫਿਰ ਕਈ ਵਾਰੀ ਮਿਹਨਤ ਕਰੀ ਜਾਂਦਾ, ਨਹੀਂ ਫਿਰ ਪੂਰੀਆਂ ਨਹੀਂ ਪੈਂਦੀਆਂ। ਫਿਰ ਲਗਾਤਾਰ ਮਿਹਨਤ ਕਰੀ ਜਾਏਗਾ, ਪੂਰੀ ਨਹੀਂ ਪੈਂਦੀ। ਕਿਉਂ? ਜਿੰਨਾ ਕਰਮਾਂ ਕਰਕੇ ਮਿਲੀ ਸੀ ਉਹ ਖਤਮ ਹੋ ਗਏ ਨੇ। ਹੁਣ ਆਪਣੀ ਬੁੱਧੀ ਵੱਲੋਂ ਜ਼ੋਰ ਤੇ ਬੜਾ ਲਾਉਂਦਾ, ਗੱਲ ਬਣਦੀ ਨਹੀਂ। ਇਸ ਕਰਕੇ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ, ਸੰਪੈ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪੈ ਕਾਰਨ ਚਾਕਰ ਚੋਰ। ਸਿਰਫ ਸੰਪत्ति ਦੇ ਕਾਰਨ ਰੱਬ ਧਿਆ ਰਿਹਾ। ਯਾਦ ਰੱਖੀ ਸੱਜਣ, ਜਿੰਨੇ ਤੂੰ ਕਰਮ ਕੀਤੇ ਨੇ ਉਹਦੇ ਕਾਰਨ ਸੰਪत्ति ਮਿਲਦੀ ਹੈ। ਧੀਆਂ ਪੁੱਤਰ ਮਿਲੇ ਨੇ ਉਹਦੇ ਕਾਰਨ, ਉਹ ਜਿਹੜੇ ਤੂੰ ਕਰਮ ਕੀਤੇ ਨੇ। ਹੁਣ ਪਰਮਾਤਮਾ ਅੱਗੇ ਤੂੰ ਕਰਮ ਕਟਵਾ ਸਕਦਾ ਹੈ ਸਿਰਫ ਬੇਨਤੀ ਕਰਕੇ। ਇਸ ਕਰਕੇ ਬਾਣੀ ਦੇ ਵਿੱਚ ਕਰਮਾਂ ਨੂੰ ਮਹੱਤਵਤਾ ਨਹੀਂ ਹੈ, ਅਰਦਾਸ ਨੂੰ ਮਹੱਤਵਤਾ ਹੈ, ਬੇਨਤੀ ਨੂੰ ਮਹੱਤਵਤਾ ਹੈ। ਉਹ ਵੀ ਆਪ ਮਨੁੱਖ ਕਰੇ। ਉਹ ਵੀ ਜਿਸ ਦਿਨ ਆਪਣੇ ਅੰਦਰੋਂ ਅਰਦਾਸ ਨਿਕਲੇਗੀ। ਉਹ ਕਦੋਂ ਨਿਕਲਦੀ ਹੈ? ਜਦੋਂ ਹੌਲੀ ਹੌਲੀ ਮਨੁੱਖ ਦਾ ਮਨ ਸੰਸਾਰ ਦੇ ਵਿੱਚੋਂ ਵੈਰਾਗ ਪੈਦਾ ਕਰਦਾ, ਉਸ ਦਿਨ ਅਰਦਾਸ ਨਿਕਲਦੀ ਹੈ।
जिस दिन संसार की सच्चाई पता लग जाती है तो मनुख अपने आप को कला वेखण लग जाता है। विदन खूही मुंद अकेली, जिस दिन इस गल ते आ जाएगा ये तो अन्नी खूही है दुनिया तो मैं तो कला ही रह गया ये दिन इनू पता लग जाता है। जिन्हों बाणी दे रे नर तेरो कोई नहीं खिंच ले जिन भार, एवें नहीं है क्या। ये मनुख नूं जिस दिन वैराग हुंदा है उस दिन पता लग जाता है तू कला ही है इत्थे। ये जो कुछ तेनू मिले है, परिवार मिले है, ये संयोग है। जिस दिन इत्थे जन्म मिलता है, किहड़े माँ बाप के घर मिलना है, ये सारे उहदे पिछले दे नाल की संबंध है, ये सारा कुछ परमात्मा जोड़दा है, जिन्हों कहंदे ने संयोग। ये सब कुछ जुड़िया हुंदा है पहला ही। मनुख के कर्मां के अनुसार सब कुछ जुड़ता भी रहिंदा है, विछड़ता भी रहिंदा है। रोज रोज मनुख तो कुछ कुछ विछड़ता रहिंदा है, कुछ कुछ बनता भी रहिंदा है रोज रोज। इस करके रोज रोज संयोग बनते भी ने चंगे, रोज रोज माड़े संयोग भी बनते हैं। जिवें जिवें मनुख बंदगी के मार्ग ते सेवा के मार्ग ते तुरदा है उवें उवें संयोग बनते हैं, चंगे संयोग बनते। कई बारी ऐसे संयोग बन जाते हैं चंगे मनुख की बंदगी करके मनुख के बड़े काम रुके होंदे ने। कई बारी मैं ये एग्जाम्पल लैना होना, सड़क ते ही जाता हुंदा है, नाल ही कोई मोटरसाइकिल वाला कित्थे जाना, कहते फलानी था की करते हो, आपस च गल हो गई, मैं तो वेला ही हाँ, चलो तुहानूं नौकरी लवा देना। एवें गल्लां हो जांदियां ने। कई बारी उन्होंने कंपनी में लै गया, मैनूं पता लगता है ऐसी गल, नौकरी में लग्या, उत्थों का जिहड़ा मालक से कहना ये तो बड़ा चंगा बंदा, उन्होंने मैनेजर बना दिंदा, उन्होंने वड्डी तो वड्डी पोस्ट ते लै जांदा। कित्थों शुरू हुई? संयोग तो। संयोग ये पता नहीं कित्थों किवें खुल जाने ने मनुख दे। ये पता नहीं है किहड़ी चीज़ तो कदों माया बड़ी है, पता नहीं कदों विजोग पै जाना। कहंदे ने फलाणे दी कंपनी बड़ी चलदी सी, विच एक मुलाजम रहिंदा सी, उहदे नाल पता नहीं की झगड़ा होया है, वो जाके घर बह गया, उस तो बाद जो कंपनी थल्ले आई है आउंदे आउंदे अज मिट्टी च रल गए। ये पता नहीं की है, किहड़ी गल तो संयोग बनते चले जाने ने, लड़ी ते लड़ी जुड़ती चली जानी है। ये पता नहीं है किहड़ी गल तो विजोग पैंदा जाए। शरीर तो विजोग पै जांदा, कहंदे कुछ नहीं कीता, उस पिंड दे विच गया, उत्थे उन्हां घर चाही पीती, उत्थों बस ऐसा बीमार होया मुड़ के उठी आई। ये पता नहीं है किहड़ी चीज़ तो कित्थों संयोग बनना है ते कित्थों विजोग पै जाना है, कोई पता नहीं। वैसे मनुख नूं इत्थे जो कुछ भी, तां ही ते महाराज कहंदे ने ये मत जान तू इत्थे कुछ कर रहे हैं, ये परमात्मा ने तेनों कर्म दिते ने, उन्हां अनुसार ही तू चल रहे हैं, अपनी हौमे त्याग दे। जिस दिन ये सोच लेगा परमात्मा आ जो कुछ भी मैनू घर परिवार ये संयोग बने हैं, बस ये विजोग भी हो सकता है। उस दिन मनुख का हंकार टुट जाता है। उस दिन एक गल ही कहता है, परमात्मा जिवें तू रखें। जिन्होंने बाणी कहते हुक्म रजाई चलना नानक लिखिया नाल, वो हुक्म की रजा दे विच ही चलना है। मनुख अपने आप नूं चतुर कह सकता है, सियाणा कह सकता है, पर सियाणप चलती नहीं है। बाणी दे विच महाराज ने कहा ही है। इस करके कई बारी ऐसा होंदा है, बड़ा सियाणा मनुख होंदा है दुनिया का सिरे का, ते उन्होंने ऐसी जगह ते नौकरी करनी पै जाती है जिथे मूर्ख ही होंदे ने सारे, ते मूर्खां दी सरेंडर च उन्होंने नौकरी करनी पैंदी है। क्यों? संयोग ऐसा बन गया। आप जी सत संगत में बैठे हो, इत्थे आउणा संयोग है, और महाराज कहंदे ने ये सब तो वड्डा संयोग है। इनू महाराज ने वडभागी कहा है। इत्थे जे मनुख की जिंदगी विच परमात्मा ने ऐसे संयोग लिखे ने, ऐसे समझ लेना वो वडभागी है। जे वड्डे भाग हुंदे ने इस समय विच, जैसे ये दुनिया चल रही है, चारे बन्ने कूड़ दा बोल बाला है। एक सैकेंड भी किते भी खलोवोगे, किते भी वेखोगे, किते भी सुनोगे, कूड़ दा बोल बाला है चारे बन्ने। और ऐसे समय दे विच सत संगत विच बैठना महाराज नूं वडभागी कहना पिया, वडभागी गल है। इस करके हुंदा की है,
ਅੱਜ ਦੀ ਦੁਨੀਆ ਦੇ ਵਿੱਚ ਮਨੁੱਖ ਦੇ ਕੋਲੇ ਸੰਭਾਵਨਾ ਜ਼ਿਆਦਾ ਹੈ, ਉਹ ਪਰਮਾਤਮਾ ਤੋਂ ਟੁੱਟ ਸਕਦਾ ਹੈ। ਕਾਰਨ ਕੀ ਹੈ? ਚਾਰੇ ਬੰਨੇ ਪਰਮਾਤਮਾ ਦੀ ਗੱਲ ਨਹੀਂ ਹੈ। ਹੁਣ ਜਦੋਂ ਪਰਮਾਤਮਾ ਤੋਂ ਵੈਸੇ ਤੇ ਮਨੁੱਖ ਟੁੱਟਿਆ ਹੀ ਹੋਇਆ, ਜੁੜਨ ਲਈ ਤੇ ਆਇਆ ਹੀ ਹੈ, ਟੁੱਟਿਆ ਤੇ ਹੋਇਆ ਹੀ ਹੈ, ਤਾਂ ਹੀ ਤੇ ਜਨਮ ਮਿਲਿਆ। ਹੁਣ ਜਿਵੇਂ ਜਿਵੇਂ ਟੁੱਟਿਆ ਤੇ ਪਹਿਲਾਂ ਹੀ ਸੀ, ਔਰ ਮਹਾਰਾਜ ਕਹਿੰਦੇ ਜਿਵੇਂ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਤ੍ਰਿਸ਼ਨਾ ਮਨੁੱਖ ਨੂੰ ਲੱਗ ਜਾਂਦੀ ਹੈ। ਕਿਸੇ ਦੀ ਤ੍ਰਿਸ਼ਨਾ ਇੱਕ ਲੈਵਲ ਤੇ ਹੀ ਬਣੀ ਰਹਿੰਦੀ ਹੈ। ਹੁਣ ਕਿਸੇ ਦੀ ਤ੍ਰਿਸ਼ਨਾ ਇੰਨੀ ਵੱਧ ਜਾਂਦੀ ਹੈ ਜਿੱਥੋਂ ਮਹਾਰਾਜ ਸੰਤ ਕਾ ਦੋਖੀ ਕਹਿੰਦੇ ਨੇ। ਇੰਨੀ ਤ੍ਰਿਸ਼ਨਾ ਵੱਧ ਜਾਂਦੀ ਹੈ, ਵਧਦਿਆਂ ਵਧਦਿਆਂ ਫਿਰ ਉਹਦੇ ਵਾਸਤੇ ਧਾਰਮਿਕ ਸਥਾਨ ਵੀ ਕੁਛ ਨਹੀਂ ਰਹਿੰਦੇ, ਉਹਨਾਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੰਦਾ। ਧਾਰਮਿਕ ਇਨਸਾਨ ਵੀ ਕੁਛ ਨਹੀਂ ਰਹਿੰਦੇ, ਉਹਨਾਂ ਨੂੰ ਵੀ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨਾਲ ਵੀ ਲੜਾਈ ਝਗੜੇ, ਉਹਨਾਂ ਨਾਲ ਵੀ ਵੈਰ। ਇਹ ਸਮਝ ਲੈਣਾ ਚਾਹੀਦਾ ਇਹ ਮਨੁੱਖ ਦੀ ਫਿਰ ਅੰਤਲੀ ਸਟੇਜ ਹੈ। ਇੱਥੇ ਹੁਣ ਇਹਦਾ ਕੁਛ ਨਹੀਂ ਬਣ ਸਕਦਾ। ਜਿਵੇਂ ਕਹਿ ਦਿੰਦੇ ਨਾ ਕਿਸੇ ਬਿਮਾਰੀ ਦੀ ਅੰਤਲੀ ਸਟੇਜ, ਇਹ ਅੰਤਲੀ ਸਟੇਜ ਹੈ ਮਨੁੱਖ ਦੀ। ਜਦੋਂ ਮਨੁੱਖ ਬੰਦਗੀ ਕਰਨ ਵਾਲੇ ਜਿਹੜੇ ਮਨੁੱਖ ਨੇ, ਰੱਬ ਦਾ ਨਾਂ ਲੈਣ ਵਾਲੇ ਜਿਹੜੇ ਮਨੁੱਖ ਨੇ, ਉਹਨਾਂ ਨਾਲ ਵੀ ਲੜਾਈ ਝਗੜੇ ਤੇ ਉਤਰ ਆਉਂਦਾ ਹੈ, ਫਿਰ ਅੰਤਲੀ ਸਟੇਜ ਹੈ। ਹੁਣ ਰੱਬ ਨੇ ਇਹਦੇ ਨਾਲ ਕੁਛ ਨਾ ਕੁਛ ਕਰਨਾ ਹੈ। ਕਰਨਾ ਤੇ ਇਹਦੇ ਕਰਮਾਂ ਨਹੀਂ ਹੈ। ਸੰਯੋਗ ਜ਼ਰੂਰ ਬਣੇਗਾ, ਕਰਾਏਗਾ ਕਿਸੇ ਦੇ ਹੱਥੀ। ਇਹ ਜ਼ਰੂਰੀ ਨਹੀਂ, ਰੱਬ ਆਪਣੇ ਆਪ ਥੋੜ੍ਹੀ ਨਾ ਕਰਦਾ ਹੈ। ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਡਾਂਗੀ ਰੱਬ ਨਾ ਮਾਰਦਾ ਮੱਤ ਅਵੱਲੀ ਦੇ। ਰੱਬ ਕਿਹੜਾ ਡਾਂਗਾ ਨਾਲ ਮਾਰਦਾ ਕਿਸੇ ਨੂੰ? ਮੱਤ ਮਾਰ ਦਿੰਦਾ ਬਸ। ਜਦੋਂ ਮਨੁੱਖ ਦੀ ਮੱਤ ਵੱਜ ਜਾਂਦੀ ਹੈ, ਉਹਨੂੰ ਫਿਰ ਪਤਾ ਨਹੀਂ ਲੱਗਦਾ ਉਹ ਜ਼ਿੰਦਗੀ 'ਚ ਹੋ ਕੀ ਰਿਹਾ ਹੈ, ਕੀ ਖਾ ਰਿਹਾ, ਕੀ ਪੀ ਰਿਹਾ, ਕਿਹਦੇ ਨਾਲ ਬੋਲ ਰਿਹਾ, ਕੀ ਬੋਲ ਰਿਹਾ। ਮਨੁੱਖ ਆਪਣੇ ਆਪ ਬੋਲਾਂ ਤੇ ਵਿਚਾਰ ਕਰਨੀ ਛੱਡ ਦਿੰਦਾ। ਮੈਂ ਇਹਨੂੰ ਇਹ ਗੱਲ ਕਹੀ ਹੈ, ਇਹ ਮਾੜੀ ਹੈ ਕਿ ਚੰਗੀ ਹੈ, ਇਹ ਛੱਡ ਦਿੰਦਾ। ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਵਿਕਰਿਤ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਮਨੁੱਖ ਫਿਰ ਆਪਣੇ ਆਪ ਬੋਲਾਂ ਤੇ ਵਿਚਾਰ ਕਰਨੀ ਛੱਡ ਦਿੰਦਾ ਹੈ, ਆਪਣੇ ਕਰਮਾਂ ਤੇ ਵਿਚਾਰ ਕਰਨੀ ਛੱਡ ਦਿੰਦਾ ਹੈ। ਇਹ ਵਿਕਰਿਤ ਬੁੱਧੀ ਦੀ ਗੱਲ ਹੈ, ਵਿਗੜੀ ਹੋਈ ਬੁੱਧੀ ਦੀ ਗੱਲ ਹੈ, ਇਹ ਵਿਗੜੀ ਹੋਈ ਚੇਤਨਾ ਦੀ ਗੱਲ ਹੈ। ਜਦੋਂ ਮਨੁੱਖ ਦੀ ਚੇਤਨਾ ਇੰਨੀ ਵਿਗੜ ਜਾਂਦੀ ਹੈ, ਮਨੁੱਖ ਆਪਣੇ ਕੀਤੇ ਨੂੰ ਮੰਨੇ ਹੀ ਨਾ। ਮਹਾਰਾਜ ਕਹਿੰਦੇ ਦਿਨ ਪ੍ਰਤ ਕਰੈ ਕਰੈ ਪਛਤਾਪੈ। ਪਾਪ ਕਰੇ ਕਰ ਮੁੱਕਰ ਭਾਵੈ। ਪਾਪ ਵੀ ਕਰੇ ਤੇ ਮੁੱਕਰੇ ਵੀ। ਇਹ ਸਮਝ ਲਓ ਉਹਦੀ ਅੰਤਲੀ ਸਟੇਜ ਹੈ। ਜਦੋਂ ਮਨੁੱਖ ਆਪ ਗਲਤੀ ਕਰਕੇ ਨਹੀਂ ਮੰਨਦਾ, ਇਹਦਾ ਮਤਲਬ ਇਹ ਹੈ ਇਹਦੀ ਬੁੱਧੀ ਹੁਣ ਵਿਗੜ ਗਈ ਹੈ। ਫਿਰ ਇਹ ਕੀ ਕਹੇਗਾ? ਆਪਣੇ ਆਪ ਨੂੰ ਚੰਗਾ ਕਹਾਏਗਾ ਸਾਰੀ ਦੁਨੀਆ 'ਚ। ਔਰ ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਚੰਗਾ ਕਹਾ ਰਿਹਾ ਹੈ, ਹਜੇ ਤੇ ਸਭ ਤੋਂ ਮਾੜਾ ਹੈ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟਣਾ। ਹਜੇ ਤੇ ਕੁਛ ਵੀ ਨਹੀਂ ਹੈ, ਤੇ ਹਜੇ ਤੇ ਧਰਮ ਦੇ ਮਾਰਗ ਤੇ ਤੁਰਿਆ ਵੀ ਨਹੀਂ ਹੈ, ਉਹਦੇ ਤੇ ਨੇੜੇ ਤੇੜੇ ਵੀ ਭਲਾਈ ਨਹੀਂ। ਜਿਹੜਾ ਕਹਾ ਰਿਹਾ, ਜਿਹੜਾ ਇਹ ਕਹਿ ਰਿਹਾ, ਕਹਿ ਨਹੀਂ ਰਿਹਾ। ਕਹਿਣ ਦਾ ਮਤਲਬ ਇਹ ਮਤ ਜਾਣ ਲੈਣਾ ਕਿਸੇ ਨੂੰ ਕਹਿ ਰਿਹਾ। ਆਪਣੇ ਕਰਮਾਂ ਦੇ ਵਿੱਚ ਇਹ ਸੋਚਦਾ ਮੈਂ ਠੀਕ ਨਹੀਂ ਹਾਂ। ਇੱਕ ਤੇ ਮੂੰਹ ਤੋਂ ਕਹਿਣਾ ਤੇ ਦੁਨੀਆ ਕਹਿ ਦਿੰਦੀ ਅਸੀਂ ਮਾੜੇ ਹਾਂ ਜੀ, ਅਸੀਂ ਪਾਪੀ ਹਾਂ ਜੀ, ਉਹ ਵੱਖਰੀ ਗੱਲ ਹੈ। ਆਪਣੇ ਕਰਮਾਂ ਦੇ, ਉਹਦੇ ਕਰਮਾਂ ਦੇ ਵਿੱਚੋਂ ਜਦੋਂ ਵਿਖੇਗਾ ਨਹੀਂ ਬਈ ਇਹ ਆਪਣੇ ਆਪ ਨੂੰ ਬੜਾ ਨੀਵਾਂ ਸਮਝਦਾ। ਮੈਂ ਕਈ ਵਾਰ ਗੁਰੂ ਸਾਹਿਬ ਸਾਨੂੰ ਸਿਖਾ ਕੇ ਗਏ ਨੇ। ਗੁਰੂ ਰਾਮਦਾਸ ਜੀ ਮਹਾਰਾਜ ਕਿੰਨੀ ਸ਼ਕਤੀ ਦੇ ਮਾਲਕ ਨੇ। ਬਾਬਾ ਸ਼੍ਰੀ ਚੰਦ ਜੀ ਕੋਲ ਆਉਂਦੇ ਨੇ ਤੇ ਕਿੱਡੀ ਵੱਡੀ ਗੱਲ ਕਹਿੰਦੇ ਨੇ। ਕਿਸੇ ਪੁਰਸ਼ ਨੂੰ ਉਹਦੀ ਦਾੜੀ ਦੇ ਬਾਰੇ, ਉਹਦੇ ਫੇਸ ਬਾਰੇ ਕਹਿ ਦੇਣਾ। ਕਿਸੇ ਮਨੁੱਖ ਨੂੰ ਉਹਦੀ ਸ਼ਕਲ ਦੇ ਬਾਰੇ ਕੁਝ ਕਹਿਣਾ, ਇਹ ਸਮਝ ਲਓ ਇਹ ਸਭ ਤੋਂ ਵੱਡਾ ਹਮਲਾ ਹੁੰਦਾ ਹੈ ਮਨੁੱਖ ਤੇ। ਉਹਨੂੰ ਕਹਿ ਦੇਣਾ ਤੂੰ ਭੈੜਾ ਲੱਗਦਾ ਹੈ, ਕੁਛ ਲੱਗਦਾ। ਮਹਾਰਾਜ ਜੀ ਨੂੰ ਕਹਿੰਦੇ ਨੇ ਇਹ ਦਾੜੀ ਕਿਉਂ ਵਧਾਈ ਹੈ? ਵਧਾਈ ਸ਼ਬਦ ਕਿਉਂ ਵਧਾਈ ਹੈ? ਗੁਰੂ ਰਾਮਦਾਸ ਮਹਾਰਾਜ ਕਿਵੇਂ ਡੀਲਿੰਗ ਕਰਦੇ ਨੇ? ਉਹ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਲ ਹੀ ਕਹਿੰਦੇ ਫੜ ਕੇ ਦਾੜੀ ਉਹਨਾਂ ਦੇ ਪੈਰ ਸਾਫ਼ ਕਰਦੇ ਨੇ। ਉਹ ਕਹਿੰਦੇ ਨੇ ਮਹਾਰਾਜ ਕਹਿੰਦੇ ਹਾਂਜੀ ਭਾਈ ਜੀ ਇਹ ਤਾਂ ਵਧਾਈ ਹੈ, ਤੁਹਾਡੇ ਵਰਗੇ ਗੁਰਮੁਖ ਆਉਂਦੇ ਰਹੇ, ਉਹਨਾਂ ਦੇ ਮੈਂ ਚਰਨ ਸਾਫ਼ ਕਰ ਦਿੰਦਾ। ਹੁਣ ਇਹ ਨਿਮਰਤਾ ਦਾ ਸਿਖਰ ਹੈ। ਹੁਣ ਇਹ ਮਹਾਰਾਜ ਕਹਿ ਨਹੀਂ ਰਹੇ ਮੈਂ ਚੰਗਾ ਹਾਂ, ਕਿਤੇ ਕਰਮਾਂ ਚੋਂ ਪਤਾ ਲੱਗ ਰਿਹਾ। ਮਨੁੱਖ ਦੇ ਕਰਮਾਂ ਚੋਂ ਪਤਾ ਲੱਗਦਾ ਹੈ ਕਿੰਨਾ ਝੁਕਿਆ ਹੋਇਆ ਹੈ। ਉਹਦੀ ਰਹਿਣੀ ਚੋਂ ਪਤਾ ਲੱਗਦਾ ਹੈ, ਉਹਦੀ ਬਹਿਣੀ ਚੋਂ ਪਤਾ ਲੱਗਦਾ ਹੈ, ਉਹਦੀ ਸਹਿਣੀ ਚੋਂ ਪਤਾ ਲੱਗਦਾ ਹੈ ਇਹ ਕਿੰਨਾ ਝੁਕਿਆ ਹੋਇਆ ਹੈ। ਕਹਿਣ ਨੂੰ ਤੇ ਹਰੇਕ ਕੋਈ ਕਹਿ ਦਿੰਦਾ ਹੈ, ਕਹਿਣਾ ਵੱਡੀ ਗੱਲ ਨਹੀਂ ਹੈ।
सहना बड़ी वड्डी गल है। कहना तो हरेक कोई कह, सहना बहुत, ताई करके कहते ने ਜਿਹੜੇ ਮਨੁੱਖ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਜਦੋਂ ਇਹ ਚਾਰੇ ਬਦਲ ਜਾਂਦੀਆਂ ਨੇ, ਗੁਰੂ ਦੇ ਅਨੁਸਾਰ ਹੋ ਜਾਂਦੀਆਂ ਨੇ, ਸਮਝੋ ਮਨੁੱਖ ਬਦਲ ਗਿਆ। ਹੁਣ ਮਹਾਰਾਜ ਜੀ ਇਹ ਗੱਲ ਕੀ, ਉਹ ਅੱਗੋਂ ਕੀ ਕਹਿੰਦੇ ਨੇ, ਤੁਹਾਡੀ ਇਹੀ ਨਿਮਰਤਾ ਤੇ ਹੈ ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਲੈ ਲਈ ਸੀ, ਇਹ ਨਿਮਰਤਾ ਤੇ ਲੈ ਗਈ ਹੈ। ਇਹ ਨਿਮਰ ਭਾਵ ਹੀ ਤੇ ਹੈ। ਸਭ ਕੁਝ ਹੁੰਦਿਆਂ ਵੀ 18 ਸਿੱਧੀਆਂ ਦੇ 9 ਨਿਧੀਆਂ ਦੇ ਮਾਲਕ ਨੇ, ਸਾਰੀ ਦੁਨੀਆ ਦੇ ਮਾਲਕ ਨੇ, ਫਿਰ ਵੀ ਕਿੰਨੀ ਨਿਮਰਤਾ ਹੈ। ਇਸ ਕਰਕੇ ਸਾਧ ਸੰਗਤ ਜਿਹੜੇ ਸਤਿਪੁਰਸ਼ ਹੁੰਦੇ ਨੇ ਉਹਨਾਂ ਦੀ ਪਹਿਚਾਣ ਨਿਮਰਤਾ ਹੈ। ਜਿਹਦੇ ਕੋਲ ਕੋਈ ਗੁਣ ਹੈ ਉਹਦੀ ਪਹਿਚਾਣ ਨਿਮਰਤਾ ਹੈ। ਜਿਹੜਾ ਹਜੇ ਅੰਦਰੋਂ ਥੁੱਥ ਹੈ ਉਹਦੀ ਪਹਿਚਾਣ ਆਕੜ ਹੈ, ਉਹਦੀ ਪਹਿਚਾਣ ਹੰਕਾਰ ਹੈ। ਜਿਹਦੇ ਕੋਲ ਕੁਛ ਨਹੀਂ ਹੈ, ਜਿਹਨੂੰ ਬਾਣੀ ਦੇ ਵਿੱਚ ਕਿਹਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਜਿਵੇਂ ਇੱਕ ਮਨੁੱਖ ਤੇ ਹੈ ਪਰ ਅੰਦਰ ਸਾਹ ਨਾ ਹੋਏ ਫਿਰ ਉਹ ਦੇਹ ਦਾ ਕੀ ਫਾਇਦਾ ਹੈ। ਇਵੇਂ ਮਨੁੱਖ ਤੇ ਹੈ ਜੇ ਅੰਦਰ ਗੁਣ ਹੀ ਨਾ ਹੋਣ ਫਿਰ ਐਸੇ ਸਰੀਰ ਦਾ ਕੀ ਫਾਇਦਾ ਹੈ। ਅੱਗੇ ਮਹਾਰਾਜ ਸੰਤ ਕਾ ਦੋਖੀ ਸਦਾ ਸਹਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਨਾ ਮਰਨ ਵਿੱਚ ਹੈ ਨਾ ਜੀਵਨ ਵਿੱਚ ਹੈ। ਨਾ ਤੇ ਉਹ ਸੰਸਾਰ ਵੱਲ ਹੈ ਨਾ ਪਰਮਾਰਥ ਵੱਲ ਹੈ। ਨਾ ਉਹਨੂੰ ਸੰਸਾਰ ਦੀ ਸਮਝ ਹੈ ਨਾ ਪਰਮਾਰਥ ਦੀ ਸਮਝ ਹੈ। ਦੋਵੇਂ ਸਾਈਡਾਂ ਚੋਂ ਖਤਮ ਹੋ ਗਿਆ। ਹਮੇਸ਼ਾ ਦਿਨ ਰਾਤ ਸਹਿਕਦਾ ਰਹਿੰਦਾ ਹੈ। ਜਿਵੇਂ ਕੋਈ ਰੋਗੀ ਸਹਿਕਦਾ ਹੈ ਨਾ ਰੋਗ ਦੇ ਨਾਲ। ਜਿਹੜੇ ਮਨੁੱਖ ਇੰਨੀ ਮਲੀਨ ਬੁੱਧੀ ਦੇ ਮਾਲਕ ਹੁੰਦੇ ਨੇ, ਜਿਨ੍ਹਾਂ ਦੀ ਚੇਤਨਾ ਇੰਨੀ ਮਲੀਨ ਹੁੰਦੀ ਹੈ, ਉਹ ਹਮੇਸ਼ਾ ਸਹਿਕਦੇ ਹੀ ਰਹਿੰਦੇ ਨੇ, ਹਮੇਸ਼ਾ ਲੜਦੇ ਰਹਿਣਗੇ, ਹਮੇਸ਼ਾ ਝਗੜਦੇ ਰਹਿਣਗੇ। ਇਹੀ ਕੰਮ ਉਹਨਾਂ ਦਾ ਰਹਿੰਦਾ ਹੈ। ਹਮੇਸ਼ਾ ਨਿੰਦਿਆ ਕਰਦੇ ਰਹਿਣਗੇ। ਸਹਿਕਣਾ ਕੀ ਹੈ? ਨਿੰਦਾ ਕਰਦੇ ਰਹਿਣਾ। ਆਪਣੇ ਆਪ ਤੋਂ ਵੱਡਾ ਕਿਸੇ ਨੂੰ ਵੀ ਨਾ ਜਾਣਨਾ। ਇਹ ਸਭ ਤੋਂ ਵੱਡੀ ਮਨੁੱਖ ਦੀ ਕਮਜ਼ੋਰੀ ਤੇ ਬਿਮਾਰੀ ਹੈ। ਇਹਨੂੰ ਸਹਿਕਣਾ ਵੀ ਕਹਿ ਸਕਦੇ ਹਾਂ। ਹਮੇਸ਼ਾ ਕਿਸੇ ਦੀ ਵੀ ਗੱਲ ਉਹਦੇ ਸਾਹਮਣੇ ਕਰੋ, ਉਹ ਕੀ ਹੈ? ਉਹ ਤਾਂ ਕੁਛ ਵੀ ਨਹੀਂ ਹੈ। ਮੈਂ ਕਈ ਵਾਰੀ ਐਸੇ ਮਨੁੱਖਾਂ ਦੇ ਦਰਸ਼ਨ ਕਰਦਾ, ਉਹ ਕਹਿਣਗੇ ਫਲਾਣਾ ਫਲਾਣਾ ਕੁਛ ਨਹੀਂ ਹੈ, ਉਹ ਕਥਾਵਾਚਕ ਉਹ ਕੁਛ ਨਹੀਂ ਹੈ, ਉਹ ਕੀਰਤਨੀ ਉਹ ਕੁਛ ਨਹੀਂ। ਫਿਰ ਕੌਣ ਵੱਡਾ ਇਹਦੇ ਦੱਸੋ? ਉਹ ਵੱਡੇ ਨੇ। ਸਾਰੇ ਹੀ ਮਾੜੇ ਨੇ, ਵੱਡਾ ਕੌਣ ਹੈ? ਉਹ ਆਪਣੇ ਆਪ ਹੈ। ਫਿਰ ਜੇ ਸਾਰੀ ਦੁਨੀਆ ਨੂੰ ਰੱਦ ਕਰ ਦਿੱਤਾ ਹੈ ਤੇ ਵੱਡਾ ਤੇ ਆਪਣੇ ਆਪ ਹੀ ਹੋਇਆ। ਫਿਰ ਇਹ ਸਮਝ ਲੈਣਾ ਸਾਧ ਸੰਗਤ, ਜਿਹੜਾ ਮਨੁੱਖ ਹਰੇਕ ਕਿਸੇ ਨੂੰ ਰੱਦੀ ਜਾਂਦਾ ਹੈ, ਹਰੇਕ ਕਿਸੇ ਦੇ ਗੁਣਾਂ ਨੂੰ ਕਹੀ ਜਾਂਦਾ ਇਹਦੇ 'ਚ ਕੁਛ ਨਹੀਂ, ਇਹ 'ਚ ਕੁਛ ਨਹੀਂ, ਇਹਦਾ ਮਤਲਬ ਤੇ ਇਹ ਹੈ ਉਹ ਔਗੁਣਹਾਰਾ ਹੋ ਗਿਆ ਹੈ। ਉਸ ਦੀ ਬੁੱਧੀ ਇੰਨੀ ਖਰਾਬ ਹੋ ਗਈ ਹੈ, ਹੁਣ ਉਹਦੀ ਜ਼ਿੰਦਗੀ 'ਚ ਉਹਦੇ ਵਿੱਚ ਗੁਣ ਨਹੀਂ ਹੋਣਗੇ ਕਦੀ। ਕਿਉਂਕਿ ਗੁਣ ਕਿੱਥੋਂ ਆਉਣਗੇ ਜਦੋਂ ਮਨੁੱਖ ਕਹੇਗਾ ਸਾਰੇ ਹੀ ਠੀਕ ਨੇ। ਸੋ ਮਨੁੱਖ ਅਕਸਰ ਕਹਿ ਦਿੰਦਾ ਉਹਨੇ ਬੜੀ ਵਧੀਆ ਗੱਲ ਕਹੀ ਹੈ, ਉਹ ਗੱਲ ਸਾਨੂੰ ਲੈਣੀ ਚਾਹੀਦੀ ਹੈ। ਫਿਰ ਐਸੇ ਮਨੁੱਖ ਤੇ ਸਾਧ ਸੰਗਤ ਤਾਂ ਹੀ ਮਹਾਰਾਜ ਜੀ ਨੇ ਜਦੋਂ ਵੀ ਕਦੇ ਸਾਧੂ ਦੀ ਗੱਲ ਕੀਤੀ, ਗੁਰਮੁਖ ਦੀ ਗੱਲ ਕੀਤੀ, ਇਹ ਨਹੀਂ ਕਿਹਾ ਜਿਹੜਾ ਸਾਧੂ ਤੇ ਸੰਤ ਹੋਏ ਉਹ ਸਿੱਖੀ ਹੋਏ, ਐਸਾ ਨਹੀਂ ਕਦੇ ਕਿਹਾ। ਕਿਉਂਕਿ ਜਿਹੜਾ ਸਾਧੂ ਹੋ ਗਿਆ, ਜਿਹੜਾ ਸੰਤ ਹੋ ਗਿਆ, ਜਿਹੜਾ ਗੁਰਮੁਖ ਹੋ ਗਿਆ, ਉਹ ਫਿਰ ਕਿਸੇ ਧਰਮ ਦਾ ਨਹੀਂ ਰਹਿੰਦਾ। ਜਿਹੜਾ ਕਿਸੇ ਧਰਮ ਦਾ ਹੈ, ਜਿਹੜਾ ਕਿਸੇ ਸੰਪਰਦਾ ਦਾ ਹੈ, ਫਿਰ ਉਹ ਸੰਤ ਹੀ ਨਹੀਂ ਹੈ। ਜਿਹੜਾ ਹਜੇ ਤਾਈਂ ਕਿਸੇ ਸੰਪਰਦਾ ਦਾ ਹੈ, ਜਿਹੜੇ ਸੰਪਰਦਾ ਦੇ ਵਿੱਚ ਜੁੜੇ ਨੇ, ਇਹ ਵੀ ਇੱਕ ਬੰਧਨ ਹੈ। ਸੰਪਰਦਾ ਵੀ ਇੱਕ ਬੰਧਨ ਹੈ, ਦੇਸ਼ ਵੀ ਇੱਕ ਬੰਧਨ ਹੈ, ਮਜ਼ਹਬ ਵੀ ਇੱਕ ਬੰਧਨ ਹੈ। ਜਦੋਂ ਤਾਈਂ ਇਹ ਬੰਧਨ ਹੈਗੇ ਨੇ, ਜਦੋਂ ਕਹਿੰਦੇ ਨੇ ਫਲਾਣੇ ਰਾਸ਼ਟਰੀय ਸੰਤ ਨੇ, ਦੇਸ਼ ਦੇ ਸੰਤ ਨੇ, ਜਿਹੜਾ ਕਿਸੇ ਇੱਕ ਦੇਸ਼ ਦਾ ਸੰਤ ਹੈ ਉਹ ਸੰਤ ਹੀ ਨਹੀਂ ਹੈ। ਦੇਸ਼ ਦਾ ਸੰਤ ਨਹੀਂ ਹੁੰਦਾ। ਸੰਤ ਕਿਸੇ ਇੱਕ ਦੇਸ਼ ਦਾ ਨਹੀਂ ਹੁੰਦਾ। ਸੰਤ ਤੇ ਪਰਮਾਤਮਾ ਦਾ ਹੁੰਦਾ ਹੈ। ਉਹਦੇ ਵਾਸਤੇ ਤਾਂ ਸਾਰੇ ਹੀ ਦੇਸ਼ ਆਪਣੇ ਨੇ। ਉਹਦਾ ਇਹ ਥੋੜ੍ਹੀ ਨਾ ਜੇ ਭਾਰਤ ਦਾ ਹੈ ਤੇ ਅਮਰੀਕਾ ਵਾਲਿਆਂ ਨਾਲ ਲੜਾਈ ਕਰੇਗਾ, ਐਸਾ ਨਹੀਂ ਹੈ। ਅਮਰੀਕਾ ਵਿੱਚ ਵੀ ਜੀਵ ਰਹਿੰਦੇ ਨੇ ਤੇ ਉਹਦਾ ਕੰਮ ਤੇ ਜੀ ਦਾਨ ਦੇ ਭਗਤੀ ਲਾਇਣ, ਜੀ ਦਾਨ ਦੇਣਾ ਹੈ ਬਸ, ਹਰ ਸਿਉ ਲੈਣ ਮਿਲਾਏ। ਉਹਦਾ ਕੰਮ ਤੇ ਸਿਰਫ ਪਰਮਾਤਮਾ ਨਾਲ ਮਿਲਾਉਣਾ ਹੈ। ਭਾਵੇਂ ਉਹਦੇ ਕੋਲ ਅੰਗਰੇਜ਼ ਆਏ, ਭਾਵੇਂ ਅਫਰੀਕਨ ਆਏ, ਕੋਈ ਆਏ, ਕੋਈ ਭਾਵੇਂ ਹਿੰਦੂ ਆਏ, ਕੋਈ ਆਏ, ਉਹਦੇ ਵਾਸਤੇ ਉਹਨੂੰ ਵਿਖਣਾ ਹੀ ਬੰਦ ਹੋ ਜਾਂਦਾ ਇਹ ਹਿੰਦੂ ਹੈ ਕਿ ਮੁਸਲਮ ਹੈ। ਸਿਰਫ ਇਨਸਾਨੀਅਤ ਵੇਖਣੀ, ਇਹ ਸੰਤਤਾਈ ਹੈ, ਇਹ ਸੰਤ ਪੁਣਾ ਹੈ। ਸਿਰਫ ਤੇ ਸਿਰਫ ਸੱਚ ਵੇਖਣਾ,
सिर्फ सच्चाई वेखनी, इनू संत कहा जाता है। और गुरु तेग बहादुर महाराज जी ने कहा ऐसा करोड़ों विचों कोई एक हुंदा नहीं। मनुख हुंदे ने भेखां दे संत हुंदे ने, संप्रदावां दे हुंदे ने, आपो अपनी असीं कह देने फलानी संप्रदा दे बड़े वड्डे संत नहीं। जिहड़ा हजे संप्रदा दा संत है वह संत नहीं है, वो इन्हां चीज़ों तो मुक्त हो गया। ताई करके वो संप्रदावां दे नावां पिछे लड़ाई भी कर लैंदे ने, वेख्या गया है। क्यों लड़ाई हुंदी है? क्योंकि संप्रदा भी बंधन बन जाती है। एवें समझ लो जिवें मनुख घर में रहिंदे अपनी बरादरी पिछे लड़ाई कर लैंदा है, उन्हां दी संप्रदा उन्हां दी बरादरी बन जाती है, वो भी बरादरी पिछे लड़ाई करते हैं, फिर फर्क तो कुछ भी ना होया। मैनूं कई बारी याद आउंदी है गाथा, कहंदे एक दो दोस्त इकट्ठे ही पढ़ते हुंदे सी, इक्को स्कूल विच पढ़ना उन्हां दोवां ने। एक राजा बन गया, एक संत बन गया। जिहड़ा राजा सोचदा भी मेरा दोस्त है, मैं उन्हूं सद्दां इत्थे सत्कार करांगा, उन्होंने बुलाया गया, उन्होंने किसी ने कह दिता है तो तेरा दोस्त ही है, पर उन्हें बड़े गलीचे बड़ा तेरा सत्कार करने वास्ते बड़ा कुछ विछाया है। क्यों? तां विछाया तेनों नीवा विखाएगा भी इकट्ठे पढ़ते, तू कित्थे ते मैं कित्थे। कहंदे अच्छा, बस नाल दी नाल, क्योंकि हजे पहुंचा नहीं सी, राह दे विचों ही पैर मैले करके गारा ला के पैरों नूं हत्थां नूं गारा लैके पहुँच गया। सारा कुछ जिन्ने गलीचे विछाए सारे मैले, चिट्टे कपड़े सारे मैले कर दिते। वो कहंदा है अपने दोस्त नूं बाहर लै के, किते मीह भी नहीं पिया, तेरे पैर भी मैले ने, हत्थ भी मैले ने, किवें हो गए? वो कहंदा मीह करके नहीं मैले होए, मैं मैले करके ले आया तेरी आकड़ भनन वास्ते। कहंदे क्यों? कहंदे तू ही तो किसे दस्सिया सी भी मैनू नीवा विखाएगा। वो हस पिया, कहंदा असीं दोवें इक्को थक लो, जिवें स्कूल च सी उवें ही आ, ना तू किते पहुंचिया तो ना मैं किते पहुंचिया। जिवें असीं स्कूल विच रहिंदे सी उवें ही आ, तैनूं भी हजे तई दोख तृष्णा हंकार ते वकार खाई जांदे ने, मैं ते वकारां विच फसना ही आ, क्योंकि मैं ते आई गृहस्थी। तू ते हजे इहदे विच रह के इत्थे भी फसिया पिया। कहंदे ना तू किते पहुंचिया ते ना मैं किते पहुंचिया, मैं ते सोचदा सी तेनू लोग बड़े पूजते ने, बड़ा वड्डा संत बन गया होएगा। ना तू किते पहुंचे ना मैं किते पहुंचे। जेड़े पहुंचते ने गुरु साहब जी महाराज कहंदे ने कोटन में कोऊ नानक, करोड़ां विच कोई हुंदा है नारायण जिह चीज, जिन्हों रब चेते हुंदा है। लोकां नूं याद हुंदे ने, भावें बाहरी तौर ते वाधू कुछ बना लैंदे ने, अपनी संपत्ति याद रहिंदी है, अपने चेले याद रहिंदे ने, डेरे याद रहिंदे ने, जमीनां याद रहिंदियां ने। कोई विरला मनुख हुंदा जिन्हों रब चेते रहिंदा, जिहड़ा कह दिंदा कुछ भी नहीं है, सिर्फ रब। गुरु अमरदास जी महाराज आपां नूं संत की परिभाषा अपने गुरु साहब तो मिलती है। देखो अज तो मैं कई बार सोचदा जमीनां पिछे झगड़े शुरू हो जाते हैं। गुरु अमरदास जी महाराज को किसी ने भेटा भी रखनी ना, भाई लै जाओ, 19 रखनी जिन्ना कि एक दिन का लंगर चल जाए। एक दिन का लंगर चले 19 भेटा गुरुद्वारे रखनी, बाकी कह देना लै जाओ। कहते महाराज सवेरे की होएगा, रात की जो कुछ बचिया होना वह भी ब्यासा दरियावे सटा देना। कहते भाई सवेरे परमात्मा जागेगा तो सारी दुनिया को भी जगाएगा, रोटी भी देगा। जे सवेरे दिन चढ़ेगा रोटी सारिਆਂ ਨੂੰ मिलेगी, कोई बिना रोटी तो नहीं। ये रब का घर है। ऐसी अवस्था का मालक कोई विरला मनुख बनता है। इस करके महाराज कहते ने जेड़े मनुख बिल्कुल नीवें स्तर ते आ जाते हैं, जिन्हां वास्ते लोभ ही मुख रह जाता है, तृष्णा ही मुख रह जाती है, वो हमेशा सहकते रहते हैं। कदे किसी गल दे विच अड़ जाते हैं, कदे किसी गल विच। अगे महाराज के संत के दोखी की पुजै ना आसा, संत का दोखी उठ चलै निराशा। दुनिया तो जाएगा निराश जाएगा, क्यों? कुछ भी कमा के नहीं खड़ेगा। निराशा हाथ लगनी की कुछ मिलना ही ना, जदों तई बंदगी नहीं है कुछ नहीं मिलेगा। निराशा चलिया जाता है। संत कै दोख ना तृष्टै कोय, जैसा भावै तैसा कोई होए। जिवें जिवें मनुख अपनी जिंदगी में जिमें जिमें सोचता है उवें उवें उहदे नाल हुंदा जांदा है। इस करके जदों संत का दोखी कोई मनुख बन जाता है, चंगे गुणां का दोखी कोई बन जाता है, अपनी आत्मा तो दूर चला जाता है, सदगुणा तो दूर चला जाता है,
तृप्ति नहीं होएगी ਉਹਦੀ ਕਿਸੇ ਵੀ ਚੀਜ਼ ਵਿੱਚ। ਕੋਈ ਵੀ ਚੀਜ਼ ਭਾਵੇਂ ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਪਦਾਰਥ ਮਨੁੱਖ ਖਾ ਲਏ, ਜੀਵ ਦੇ ਤੌਰ ਤੇ ਕਦੇ ਮਨੁੱਖ ਰੱਜੇਗਾ ਨਹੀਂ। ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਜਿੱਥੇ ਅੱਖਾਂ ਨਹੀਂ ਰੱਜਦੀਆਂ ਉੱਥੇ ਉਹ ਇਹ ਵੀ ਕਹਿੰਦੇ ਨੇ ਜੀਭ ਵੀ ਨਹੀਂ ਰੱਜਦੀ, ਕੰਨ ਵੀ ਨਹੀਂ ਰੱਜਦੇ। ਅੰਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਭਇਐ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਇਹਦੇ ਵਿੱਚ ਮਹਾਰਾਜ ਅੰਤ ਦੇ ਵਿੱਚ ਕਹਿੰਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਵੀ ਇਹਦੇ ਵਿੱਚ ਕਸੂਰ ਨਹੀਂ ਹੈ। ਜਿਵੇਂ ਪਰਮਾਤਮਾ ਨੇ ਉਹਨਾਂ ਨੂੰ ਕਰਮਾਂ ਦਾ ਲੇਖਾ ਦਿੱਤਾ, ਜਿਹੜਾ ਮਨੁੱਖ ਅੱਜ ਸਹਿਕ ਰਿਹਾ ਹੈ, ਜਿਹੜਾ ਅੱਜ ਬੜੀ ਪਰੇਸ਼ਾਨੀ ਦੇ ਵਿੱਚ ਹੈ, ਉਹਦਾ ਇਹਦੇ ਵਿੱਚ ਕਸੂਰ ਨਹੀਂ ਹੈ। ਜਿਵੇਂ ਜਿਵੇਂ ਉਹਨੇ ਕਰਮ ਕੀਤੇ ਨੇ ਉਹਦੇ ਸੰਸਕਾਰ ਬਣੇ ਨੇ, ਉਹਦੀਆਂ ਸੁਭਾਅ ਤੇ ਆਦਤਾਂ ਬਣ ਗਈਆਂ ਨੇ, ਉਹੀ ਆਦਤਾਂ ਉਹਨੂੰ ਦੁਬਾਰਾ ਦੁਬਾਰਾ ਦੁਖੀ ਕਰੀਆਂ ਜਾਂਦੀਆਂ ਨੇ। ਜਿਵੇਂ ਜਿਵੇਂ ਮਨੁੱਖ ਕਰਮ ਕਰਦਾ ਹੈ ਉਹ ਕਰਮ ਸੰਸਕਾਰ ਬਣਦੇ ਨੇ, ਉਹ ਸੰਸਕਾਰ ਇੱਕ ਦਿਨ ਸੁਭਾਅ ਬਣ ਜਾਂਦਾ ਹੈ, ਉਹੀ ਮਨੁੱਖ ਨੂੰ ਪਰੇਸ਼ਾਨ ਕਰਦਾ ਹੈ। ਇਸ ਕਰਕੇ ਇਹਦੇ ਬਾਰੇ ਪਰਮਾਤਮਾ ਹੀ ਜਾਣਦਾ ਹੈ, ਕਿਉਂਕਿ ਉਹੀ ਕਿਰਪਾ ਕਰਕੇ ਮਨੁੱਖ ਨੂੰ ਇੱਕੋ ਮਿੰਟ ਵਿੱਚ ਬਦਲ ਸਕਦਾ ਹੈ। ਕਿਵੇਂ ਬਦਲ ਦੇਗਾ ਕਿ ਪਤਾ ਅੱਜ ਕੋਈ ਸੰਜੋਗ ਬਣੇ, ਆਪ ਜੀ ਇੱਥੋਂ ਜਾਓ, ਰਾਹ ਦੇ ਵਿੱਚ ਕੋਈ ਐਸਾ ਸੱਜਣ ਕੋਈ ਰੱਬ ਮਿਲਵਾ ਦੇਵੇ ਜਿਹੜਾ ਆਪ ਜੀ ਦਾ ਸਵਾਲ ਹੋਏ ਇੱਕੋ ਮਿੰਟ ਦੇ ਵਿੱਚ ਉਹਨੂੰ ਨਿਰੁੱਤਰ ਕਰ ਦੇਵੇ। ਕਈ ਵਾਰੀ ਮਨੁੱਖ ਦਾ ਹੁੰਦਾ ਹੈ ਐਸੇ ਐਸੇ ਵੱਡੇ ਸਵਾਲ ਹੁੰਦੇ ਨੇ, ਕਈ ਵਾਰੀ ਜਾ ਰਿਹਾ ਪਰਮਾਤਮਾ ਜਦੋਂ ਕਿਰਪਾ ਕਰਦਾ ਕਿਸੇ ਦੀਵਾਰ ਦੇ ਉੱਤੇ ਉਹਦਾ ਹੱਲ ਲਿਖਿਆ ਹੁੰਦਾ ਹੈ, ਮਨੁੱਖ ਪੜ੍ਹ ਕੇ ਕਹਿੰਦਾ ਅੱਛਾ ਇਹ ਸੀ ਹੱਲ। ਇਸ ਕਰਕੇ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਕਿਹਨੂੰ ਮਿਲਵਾ ਦੇਣਾ ਹੈ, ਕਿਵੇਂ ਜ਼ਿੰਦਗੀ ਬਦਲ ਜਾਣੀ ਹੈ, ਇਹਦੇ ਬਾਰੇ ਉਹੀ ਜਾਣਦਾ ਹੈ। ਇਸ ਕਰਕੇ ਸਾਹਿਬ ਜੀ ਕਿਰਪਾ ਕਰਨ, ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੋ ਵੀ ਕਰਮ ਕਰ ਰਿਹਾ ਉਹਨਾਂ ਦੇ ਪ੍ਰਤੀ ਜਾਗਰੂਕ ਹੋਏ। ਜੋ ਕੁਝ ਵੀ ਜ਼ਿੰਦਗੀ ਵਿੱਚ ਕਰ ਰਿਹਾ ਉਹਨੂੰ ਸਮਝੇ। ਕਦੇ ਜ਼ਿੰਦਗੀ ਵਿੱਚ ਐਸਾ ਨਾ ਹੋਏ ਆਪਣੀ ਜ਼ਿੰਦਗੀ ਵਿੱਚ ਜਾਣੇ ਅਣਜਾਣੇ ਦੇ ਵਿੱਚ ਕੋਈ ਵੱਡਾ ਪਾਪ ਦਾ ਦੋਖੀ ਉਹ ਬਣ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਸੋਚ ਕੇ ਚੱਲ, ਸਮਝ ਕੇ ਚੱਲ, ਗੁਰੂ ਦੇ ਅਨੁਸਾਰ ਚੱਲ, ਬੰਦਗੀ ਦੇ ਰਾਹ 'ਤੇ ਚੱਲ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਗੁਰੂ ਦੀ ਕਿਰਪਾ ਕਰਨ ਆਪ ਜਿੰਨੇ ਸਤ ਸੰਗੀ ਚੱਲ ਕੇ ਆਉਂਦੇ ਹੋ, ਸਭਨਾਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ। ਐਵੇਂ ਸਤ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਜੀ ਦੀ ਜੋ ਮਹਾਨ ਪਵਿੱਤਰ ਬਾਣੀ ਹੈ ਉਸ ਨੂੰ ਸ਼ਰਵਣ ਕਰਕੇ ਆਪਣੀ ਜ਼ਿੰਦਗੀ ਨੂੰ ਇੱਕ ਸੁਚੱਜੇ ਮਾਰਗ 'ਤੇ ਤੋਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।